आओ असीं इस पवित्र वचन दे विच चल देखिए हुण मेरे नाल कढो मत्ती 4 उसकी 1 ਤੋਂ ਲੈ ਕੇ ਅਸੀਂ 11 तक देखांगे। इत्थे इस तरह लिखा है कि फिर आत्मा यसू नूं बराने विच लै गया कि शैतान उन्हां नूं परतावे। 40 दिनां अते 40 रात ਵਰਤ ਰੱਖਣ ਦੇ ਪਿੱਛੋਂ ਉਹਨਾਂ ਨੂੰ ਭੁੱਖ ਲੱਗੀ। ਉਸ ਸਮੇਂ ਸ਼ੈਤਾਨ ਨੇ ਆ ਕੇ ਉਹਨਾਂ ਨੂੰ ਕਿਹਾ, ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਇਹਨਾਂ ਪੱਥਰਾਂ ਨੂੰ ਕਹਿ ਕੇ ਰੋਟੀ ਬਣ ਜਾਣ। ਯਸੂ ਨੇ ਉਸ ਨੂੰ ਉੱਤਰ ਦਿੱਤਾ, ਧਰਮ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ, ਮਨੁੱਖ ਕੇਵਲ ਰੋਟੀ ਨਾਲ ਹੀ ਜਿਉਂਦਾ ਨਹੀਂ ਰਹੇਗਾ, ਸਗੋਂ ਪਰਮੇਸ਼ਰ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਹਰ ਸ਼ਬਦ ਨਾਲ ਜਿਉਂਦਾ ਰਹੇਗਾ। ਪ੍ਰਭੂ ਯਸੂ ਨੇ ਉਸ ਨੂੰ ਓਲਡ ਟੈਸਟਮੈਂਟ ਤੋਂ ਵੀ ਦਿਖਾਇਆ ਹੈ, ਇਸ ਪਵਿੱਤਰ ਬਚਨ ਦੇ ਵਿੱਚੋਂ ਦਿਖਾਇਆ, ਪਵਿੱਤਰ ਬਾਈਬਲ ਦੇ ਵਿੱਚੋਂ। ਫਿਰ ਸ਼ੈਤਾਨ ਨੇ ਯਸੂ ਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਲੈ ਗਿਆ। ਉੱਥੇ ਉਸ ਨੇ ਯਸੂ ਨੂੰ ਮੰਦਰ ਦੇ ਸਭ ਤੋਂ ਉੱਚੇ ਮਨਾਰੇ ਉੱਤੇ ਖੜਾ ਕਰ ਦਿੱਤਾ ਅਤੇ ਕਿਹਾ, ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਇੱਥੋਂ ਥੱਲੇ ਡੇਗ। ਧਰਮ ਗ੍ਰੰਥ ਵਿੱਚ ਲਿਖਿਆ ਹੋਇਆ ਹੈ ਕਿ ਪਰਮੇਸ਼ਰ ਆਪਣੇ ਦੂਤਾਂ ਨੂੰ ਤੇਰੇ ਬਾਰੇ ਆਗਿਆ ਦੇਵੇਗਾ, ਉਹ ਤੈਨੂੰ ਆਪਣੇ ਹੱਥਾਂ 'ਤੇ ਚੱਕ ਲੈਣਗੇ ਕਿ ਤੇਰੇ ਪੈਰਾਂ ਨੂੰ ਸੱਟ ਨਾ ਲੱਗੇ। ਹੁਣ ਸ਼ੈਤਾਨ ਨੇ ਵੀ ਯਸੂ ਮਸੀਹ ਨੂੰ ਪਵਿੱਤਰ ਵਚਨ ਹੀ ਦਿਖਾਇਆ ਹੈ। ਯਸੂ ਨੇ ਉੱਤਰ ਦਿੱਤਾ, ਧਰਮ ਗ੍ਰੰਥ ਵਿੱਚ ਇਹ ਵੀ ਲਿਖਿਆ ਹੈ ਕਿ ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਨਾ ਪਰਖਣਾ। ਫਿਰ ਸ਼ੈਤਾਨ ਨੇ ਯਸੂ ਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਲੈ ਗਿਆ। ਉੱਥੇ ਉਸਨੇ ਯਸੂ ਨੂੰ ਸੰਸਾਰ ਦੀਆਂ ਸਾਰੀਆਂ ਪਾਤਸ਼ਾਹੀਆਂ ਅਤੇ ਉਹਨਾਂ ਦੀ ਸ਼ਾਨ ਦਿਖਾਈ। ਸ਼ੈਤਾਨ ਨੇ ਕਿਹਾ, ਇਹ ਸਭ ਕੁਝ ਮੈਂ ਤੈਨੂੰ ਦੇਵਾਂਗਾ ਜੇਕਰ ਤੂੰ ਨਿਉ ਕੇ ਮੈਨੂੰ ਪ੍ਰਣਾਮ ਕਰੇ। ਯਸੂ ਨੇ ਸ਼ੈਤਾਨ ਨੂੰ ਉੱਤਰ ਦਿੱਤਾ, ਮੇਰੇ ਕੋਲੋਂ ਦੂਰ ਹੋ ਜਾ ਸ਼ੈਤਾਨ, ਕਿਉਂਕਿ ਧਰਮ ਗ੍ਰੰਥ ਦਾ ਇਹ ਵਾਕ ਹੈ, ਤੂੰ ਆਪਣੇ ਪ੍ਰਭੂ ਪਰਮੇਸ਼ਰ ਨੂੰ ਹੀ ਪ੍ਰਣਾਮ ਕਰ ਅਤੇ ਕੇਵਲ ਉਸ ਦੀ ਭਗਤੀ ਕਰ। ਇਸ ਦੇ ਪਿੱਛੋਂ ਸ਼ੈਤਾਨ ਉਹਨਾਂ ਕੋਲੋਂ ਚਲਾ ਗਿਆ। ਫਿਰ ਉੱਥੇ ਸਵਰਗਦੂਤ ਆ ਗਏ ਜਿਨ੍ਹਾਂ ਨੇ ਯਸੂ ਦੀ ਸੇਵਾ ਕੀਤੀ। ਇਸ ਵਿੱਚ ਅਸੀਂ ਦੇਖਿਆ ਕਿ ਕਿਸ ਤਰ੍ਹਾਂ ਸ਼ੈਤਾਨ ਦਾ ਔਰ ਸਾਡੇ ਮਾਲਕ ਪ੍ਰਭੂ ਯਸੂ ਦਾ ਆਪਸ ਵਿੱਚ ਮੇਲ ਹੋਇਆ ਹੈ। ਲੇਕਿਨ ਪ੍ਰਭੂ ਯਸੂ ਨੇ ਵੀ ਉਸ ਨੂੰ ਬਚਨ ਦਿਖਾਇਆ ਔਰ ਸ਼ੈਤਾਨ ਨੇ ਵੀ ਬਚਨ ਹੀ ਦਿਖਾਇਆ ਹੈ। ਲੇਕਿਨ ਇੱਕ ਸਮਾਂ ਆ ਗਿਆ ਕਿ ਯਸੂ ਮਸੀਹ ਨੇ ਉਸ ਨੂੰ ਝਿੜਕਿਆ ਹੈ। ਅਗਰ 9ਵੀਂ ਆਇਤ ਨੂੰ ਅਸੀਂ ਦੁਬਾਰਾ ਦੇਖੀਏ, ਸ਼ੈਤਾਨ ਨੇ ਕਿਹਾ, ਇਹ ਸਭ ਕੁਝ ਮੈਂ ਤੈਨੂੰ ਦੇਵਾਂਗਾ। ਹੁਣ ਮੈਂ ਆ ਗਈ ਉਸ ਦੇ ਵਿੱਚ। ਪਹਿਲਾਂ ਨਹੀਂ ਯਸੂ ਮਸੀਹ ਉਸ ਨੂੰ ਕੁਛ ਨਹੀਂ ਕਿਹਾ, ਮੈਂ ਦੇਵਾਂਗਾ ਤੈਨੂੰ, ਬਲਕਿ ਉਹ ਦੇ ਨਹੀਂ ਸਕਦਾ, ਮੈਂ ਦੇਵਾਂਗਾ ਤੈਨੂੰ। ਫਿਰ ਯਸੂ ਨੇ ਉਸ ਨੂੰ ਝਿੜਕਿਆ ਕਿ ਸ਼ੈਤਾਨ ਮੇਰੇ ਤੋਂ ਦੂਰ ਹੋ ਜਾ। ਪ੍ਰਭੂ ਯਸੂ ਦਾ ਮੈਂ ਸ਼ੁਕਰ ਕਰਦਾ, ਮੈਂ ਗੁਨਾਹਗਾਰ, ਲੇਕਿਨ ਇਸ ਪਵਿੱਤਰ ਵਚਨ ਦੇ ਲਈ ਸਾਨੂੰ ਹਮੇਸ਼ਾ ਉਸ ਦਾ ਸ਼ੁਕਰ ਕਰਦੇ ਰਹਿਣਾ ਚਾਹੀਦਾ ਹੈ। ਉਸ ਨੇ ਸਾਨੂੰ ਪ੍ਰਾਰਥਨਾ ਵੀ ਸਿਖਾਈ ਹੈ, ਉਸ ਲਈ ਸਾਨੂੰ ਪ੍ਰਭੂ ਯਸੂ ਦਾ ਸ਼ੁਕਰ ਕਰਨਾ ਚਾਹੀਦਾ ਹੈ। ਇਹ ਪਵਿੱਤਰ ਵਚਨ ਸਾਨੂੰ ਉਸ ਦੇ ਨਾਲ ਜੋੜਦਾ ਹੈ। ਪ੍ਰਾਰਥਨਾ ਦੇ ਨਾਲ ਇਨਸਾਨ ਉਸ ਨਾਲ ਗੱਲਾਂ ਕਰਦਾ ਹੈ। ਲੇਕਿਨ ਜਿਸ ਚੀਜ਼ ਨੂੰ ਅਸੀਂ ਦੇਖਣ ਜਾ ਰਹੇ ਹਾਂ, ਪ੍ਰਭੂ ਯਸੂ ਨੇ
ਜੋ ਰਹਿਮ ਕੀਤੀ ਹੈ ਉਹ ਇਹ ਹੈ ਕਿ ਕਿਤੇ ਮੈਂ ਸਾਡੇ ਵਿੱਚ ਤਾਂ ਨਹੀਂ ਤਾਂ ਜਿਸ ਤਰ੍ਹਾਂ ਮੈਂ ਅਗਰ ਸ਼ੈਤਾਨ ਵਿੱਚ ਆ ਗਈ ਤੇ ਸ਼ੈਤਾਨ ਨੂੰ ਉਸਨੇ ਦੂਰ ਕਰ ਦਿੱਤਾ ਸੀ, तो अगर साढ़े विच मैं आगे जाएगी तो सानू भी दूर कर सकता है। जो भले काम साढ़े जरिए करना चाहता है तो फिर अगर मैं आ जाएगी तो होणगे नहीं, क्योंकि उत्थे मैं आ गई है, हुण यसू मसीह नहीं है। सो असीं पवित्र वचन दे विच देखांगे, सिखांगे अज, जिस दे नाल प्रभु यसू मेरे भी कंन खोले और मेरी यही बेनती कि कोई तुहाडे भी कंन खोले। मेरे नाल कढो भजन 139। भजन 139 1 ਤੋਂ ਲੈ ਕੇ 24 ਆਇਤਾਂ ਤੱਕ ਦੇਖਾਂਗੇ ਅਸੀਂ। हे प्रभु, तू मैनू परखिया ते जाणिया है, तू मेरे विचारां नू दूरों ही जान जाना है। इत्थों तक कि तू मेरे उठण ते बैठण बारे जानदा है, मेरे हर काम अते आराम बारे जानदा है। गल की तू मेरे सब कामां दी जानकारी रखदा है, मेरे बोलण तो पहला ही तू जानदा है कि मैं की कहांगा। तू मेरे चारे पासे रहिंदा है अते मैनू अपने हथ दे छाए हेठ रखदा है। ये ज्ञान मेरे लिए अद्भुत है, ये बहुत उच्चा है, मैं इसनू प्राप्त नहीं कर सकता। इत्थे असीं छोटा जिहा रोकांगे। ये ज्ञान मेरे लिए अद्भुत है, बहुत उच्चा है, मैं इसनू प्राप्त नहीं कर सकता। कोई भी इंसान उस मालक नू प्राप्त नहीं कर सकता, क्योंकि साडे मूँह चों निकल जाते हैं शब्द कि मैं उसनू पा लिया। उसनू कोई नहीं पा सकता, लेकिन उसकी दया, जिस तरह बाइबल दसदी कि उसकी दया बहुत, अगर किसी इंसान ते उसकी दया हो जाए तो बहुत वड्डी है। अगर असी भजन नूं देखिए, भजन 34 विच लिखिया है, भजन 34 उसकी 9 विच लिखिया है कि हे प्रभु दे भगतो, उस तो डरो, उस तो डरन वालियां नूं कोई घाटा नहीं है। और एक भजन आई थिंक 25 की कुछ किहड़ी है, मैनूं चेता नहीं कित्थे लिखिया है कि वो अपने डरन वालियां दे उत्ते भेत प्रगट करदा है। पासवान डेविड हुणां ने मैनूं एक दित्ती सी रोमन इंग्लिश दी बाइबल, वो उर्दू च ट्रांसलेशन है। उस दे विचों किवें देखदा ना तो उहदी जिहड़ी ट्रांसलेशन है बहुत मान लो बहुत मैनूं चंगी लगदी है, पढ़नी बड़ी औखी सौखी नहीं है। ਉਹਦੇ ਕਿਵੇਂ ਕਹਿੰਦੇ ਦੇਖਦਾ ਕਿ ਉਹਦੇ ਭੇਦ ਉਹੀ ਸਮਝ ਸਕਦੇ ਨੇ ਜੋ ਉਸ ਤੇ ਡਰਦੇ ਨੇ। ਸੋ ਉਸ ਨੂੰ ਕੋਈ ਪਾ ਨਹੀਂ ਸਕਦਾ। ਸੋ ਲੇਕਿਨ ਉਸਦੀ ਦਇਆ ਬਹੁਤ, ਅਗਰ ਕਿਸੇ ਤੇ ਦਇਆ ਹੋ ਜਾਵੇ ਉਹ ਵੱਡੀ ਹੈ। ਜਿਸ ਤਰ੍ਹਾਂ ਬਾਬਾ ਫਰੀਦ, ਜੋ ਬਾਬਾ ਫਰੀਦ ਹੋਇਆ ਨੇ, ਉਸ ਤੇ ਸ਼ਲੋਕ ਦਰਜ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। अगर उन्होंने असी देखिए तो उन्हें अगर मैं सिर्फ एक शेयर करूँगा, बाबा फरीद ने कहा सीगा, काले मैंडे कपड़े काला मैंडा भेस, गुनाह भरिया मैं फिरा लोकी कहण दरवेश। असी गुनाहगार लोग हाँ और कई मौके असी उस दे नाल जोड़न दी अपने आप नूं मैं आ जाती है। मेरी प्रार्थना सुनी गई, मैं उस लई प्रार्थना कीती सी। बल्कि यसू मसीह असीं अग्गे के देखांगे, यसू मसीह ने मैं नूं प्रार्थना विचों साफ किया होया है। तो जदों कहंदे ने बाबा फरीद फैसटिंग बहुत रखते हुंदे सीगे। तो जदों गुजर रहे सीगे तो उसदे शरीर नूं गिलजां खा रहीआं सीगीआं, गिलजां खा रहीआं सी उसदे शरीर नूं। लेकिन वो गिलजां नूं भी कह रहा सीगा इस शरीर नूं खा लो, लेकिन मेरिया अखां नूं ना खाओ, क्योंकि ये अखां जिहड़ियां हजे उस मालक नूं देखना चाहुंदियां है। इन्हां नूं आस है उसनूं देखण दी,
मैनू उसके बारे कुछ नहीं पता कि उन्होंने देखा है कि नहीं देखा, लेकिन सानू इन्हां चीज़ों तो बड़ी सीखण की जरूरत है। हे प्रभु, मैं तेरी रूह तो लोके किथे जावां, मैं तेरे सामने नठ के किथे जावां। जेकर मैं स्वर्ग विच जावां तां तू उत्थे है, जेकर मैं पताल विच उतरां तां तू उत्थे भी है। जेकर मैं पूरब दी दिशा वल उड़ जावां जां पश्चिम वल चला जावां, पर तू उत्थे भी मेरी अगवाई करेगा, तू उत्थे भी मेरी मदद करेगा। जेकर मैं आखां घुप हनेरा मैनू लुका लवे जां मेरे लिए रात बन जावे, तां तेरे ते तां हनेरे दा कोई असर नहीं है। रात तेरे लिए दिन दे वांग है अते हनेरा लोह दे बराबर है। अते मैनू मेरी माता दी गर्भ विच रखिया सी, मैं तेरी महिमा करदा हाँ। तू भयंकर अते अद्भुत है, तेरे कम भी अचरज हैं। उसके कमां नूं भी कोई इंसान समझ नहीं सकता। एक छोटा जिहा मुल्क है, शायद छोटा तो नहीं होएगा, वियतनाम दे विच एक डाल्टा नाम की जगह है। पिछले दिनी मैं हिस्टरी के देख ही रहा सी कि उत्थे अमेरिका ने एक बारी जो अटैक किया, जो लड़ाई लगी होगी वर्ल्ड वार दे विच, उन्होंने इन्ना बमबारी दे नाल उसनूं इन्नी तबाही की सी उत्थे कि उत्थे कोई ना इंसान तो एक पासे, उत्थे जमीन की जानवरों की इन्नी तबाही हो गई सी, उत्थे घाह फूस सब सड़ गया सीगा, सब कुछ सड़ के तबाह हो गया सीगा। लेकिन हुण उही चीज़ नूं फिर दोबारा दिखा रहे सी कि जिहड़ी धरती सड़ के सवाह हो गई सी, उस धरती दे उत्ते तुसीं यकीन करोगे, उस धरती दे उत्ते इस वेले डाल्टा दे नां दे विच झोना जिहड़ा ओह सारे साल उगदा है ते सारे साल उत्थे वढिया जांदा है। एक पासे वढ के वढी जा रहे, उन्होंने कर रहे ने, और एक पासे लाया जा रहा है। और इत्थे इन्ने वधिया वधिया दरख्त हो गए ने, और उत्थे इन्ने डिफरेंट बहुत तरह के जानवर आ गए ने, जिहड़ी साडी समझ तो कहंदे इंसान की समझ तो बाहर ने। सिर्फ साडी देश दे विच झोना एक बारी हुंदा है, और वो जगह इस वेले देखो झोना ऑल अराउंड सारे साल दे विच उत्थे झोना हुंदा है। सो इसलिए उसके काम बहुत अद्भुत ने। जदों मैं अपनी माता के गर्भ च एक ढांचे का रूप लै रहा सां तां मेरे शरीर की बनावट तेरे तो लुकी नहीं सी। तेरियां अखां ने मेरे पैदा होने तो पहला ही मैनू देख लिया। उन्हां सब दिनां दा हिसाब जो मेरे लिए बनाए गए हैं तेरी पुस्तक विच लिखिया होया है। जो इंसान जो असीं इत्थे बैठे हाँ, साडे दिन उसकी पुस्तक दे विच लिखे हुए ने। हुणे सवेरे मैं किसी नाल शेयर करदा सीगा, मैनू जाणदा एक फ्रेंड, उसका उहदी सिस्टर का हसबैंड ही इज़ 50, हुणे इन्हां दे क्रिसमस दौरान गुजर गए ने। सो ही वाज यंग, वो एवरी डे कार्डियो करता हुंदा सी, कोई 35-40 मिनट ट्रेडमिल ते जिद्दां नੱਠ ਰਿਹਾ ਸੀਗਾ, ਉੱਥੇ ही उसनूं हार्ट अटैक हो गया, उत्थे ही उसनूं हार्ट अटैक हो गया। सो इस साडे जिहड़े दिन है इसदे साडे लिखे हुए ने अपनी पुस्तक दे विच। हे परमेश्वर, तेरे विचार मेरे लिए किन्ने बहुमुल्ले हन, वो गिणती विच किन्ने हन। जेकर मैं उन्हां दी गिणती करां तां रेत दे किणकियां वांग हन। जदों मैं जाग्या तू मेरे नाल सी। सचमुच जदों इंसान धरती ते आउंदा है, उसनूं अपने नाल पाउंदा है। अगर जो इंसान जदों बच्चा पैदा होंदा अगर बोलदा नहीं है तो उन्होंने डॉक्टर ने फिक्र पै जाती है कि बोलदा क्यों नहीं है। जदों मैं जाग्या तू मेरे नाल सी। हे प्रभु, काश तू दुष्टां दा कतल कर दिंदा अते हिंसक मत लोक मेरे तो दूर हो जाण। वो लोग तेरी बहुत बुरी तरह निंदा करते हैं, वो बुराई दे नाल तेरे विरुद्ध
ਆਪਣੇ ਆਪ ਨੂੰ ਉੱਚਾ ਕਰਦੇ ਹਨ। हे ਪ੍ਰਭੂ, ਮੈਂ ਤੇਰੇ ਘਿਰਣਾ ਕਰਨ ਵਾਲਿਆਂ ਨੂੰ ਘਿਰਣਾ ਕਰਦਾ ਹਾਂ ਅਤੇ ਤੇਰੀ ਵਿਰੋਧੀਆਂ ਦੀ ਨਿੰਦਾ ਕਰਦਾ ਹਾਂ। ਮੈਂ ਉਹਨਾਂ ਦੀ ਪੂਰਨ ਤੌਰ 'ਤੇ ਨਿੰਦਾ ਕਰਦਾ ਹਾਂ ਅਤੇ ਉਹਨਾਂ ਨੂੰ ਆਪਣੇ ਬੈਰੀ ਗਿਣਦਾ ਹਾਂ। हे ਪ੍ਰਭੂ, ਤੂੰ ਮੇਰੇ ਦਿਲ ਦੀ ਜਾਂਚ ਕਰ ਅਤੇ ਮੈਨੂੰ ਜਾਣ। ਤੂੰ ਮੇਰੇ ਵਿਚਾਰਾਂ ਨੂੰ ਪਰਖ ਅਤੇ ਉਹਨਾਂ ਨੂੰ ਜਾਣ। ਤੂੰ ਦੇਖ, ਜੇਕਰ ਮੇਰੇ ਅੰਦਰ ਕੋਈ ਬੁਰਾਈ ਹੈ ਤਾਂ ਮੈਨੂੰ ਅਨੰਤ ਜੀਵਨ ਤੇ ਰਾਹ 'ਤੇ ਲੈ ਚੱਲ। ਨਵਾਂ ਸਾਲ ਚੜ੍ਹਿਆ ਹੈ। ਬਹੁਤ ਲੋਕ ਇਸ ਤਰ੍ਹਾਂ ਦੇ ਡਿਫਰੈਂਟ ਤਰ੍ਹਾਂ ਦੇ ਆਪਣੇ ਵਿਚਾਰ ਰੱਖਦੇ ਨੇ ਕਿ ਇਸ ਸਾਲ ਮੈਂ ਐਸਾ ਕਰੂੰਗਾ, ਇਸ ਸਾਲ ਮੈਂ ਐਸਾ ਕਰਾਂਗੀ। ਸੋ ਸਾਨੂੰ ਦੇਖਣ ਦੀ ਜ਼ਰੂਰਤ ਹੈ ਕਿ ਸਾਡੇ ਅੰਦਰ ਕੋਈ ਐਸੀ ਬੁਰਾਈ ਤਾਂ ਨਹੀਂ ਹੈ, ਜਿਸ ਤਰ੍ਹਾਂ ਦਾਊਦ ਕਹਿ ਰਿਹਾ ਹੈ, हे ਪ੍ਰਭੂ, ਤੂੰ ਮੇਰੇ ਦਿਲ ਦੀ ਜਾਂਚ ਕਰ ਅਤੇ ਮੈਨੂੰ ਜਾਣ। ਤੂੰ ਮੇਰੇ ਵਿਚਾਰਾਂ ਨੂੰ ਪਰਖ ਅਤੇ ਉਹਨਾਂ ਨੂੰ ਜਾਣ। ਤੂੰ ਦੇਖ, ਜੇਕਰ ਮੇਰੇ ਅੰਦਰ ਕੋਈ ਬੁਰਾਈ ਹੈ ਤਾਂ ਮੈਨੂੰ ਅਨੰਤ ਜੀਵਨ ਤੇ ਰਾਹ 'ਤੇ ਲੈ ਚੱਲ। ਸਾਨੂੰ ਉਸ ਦੇ ਅੱਗੇ ਇਹੀ ਇੱਕ ਬਣਾਉਣ ਦੀ ਅਹਿਦ ਕਰਨ ਦੀ ਜ਼ਰੂਰਤ ਹੈ, ਉਸ ਤੋਂ ਇਹੀ ਮੰਗਣ ਦੀ ਜ਼ਰੂਰਤ ਹੈ। ਇਸੇ ਲਈ ਉਸਨੇ ਸਾਨੂੰ ਚੁਣਿਆ ਹੈ ਕਿ ਅਗਰ ਸਾਡੇ ਅੰਦਰ ਕੋਈ ਐਸੀ ਚੀਜ਼ ਹੈ, ਜਿਸ ਤਰ੍ਹਾਂ ਸ਼ੈਤਾਨ ਦੇ ਵਿੱਚ ਮੈਂ ਸੀ, ਸ਼ੈਤਾਨ ਨੂੰ ਉਸਨੇ ਝਿੜਕ ਦਿੱਤਾ ਸੀਗਾ। ਤੁਹਾਡੀ ਮੈਂ ਤੋਂ ਸ਼ੁਰੂ ਹੋਈ ਕੀਤੀ, ਮੇਰੀ ਮੈਂ ਤੋਂ ਸ਼ੁਰੂ ਕੀਤੀ ਹੋਈ ਪ੍ਰਾਰਥਨਾ ਸੁਣੀ ਨਹੀਂ ਜਾਏਗੀ। ਉਹ ਉਹਨਾਂ ਦੇ ਨਾਲ ਰਹਿੰਦਾ ਹੈ ਜੋ ਉਸ ਦੇ ਨਾਲ ਰਹਿੰਦੇ ਨੇ, ਜੋ ਉਸ 'ਤੇ ਡਰਦੇ ਨੇ। ਇਸ ਲਈ ਮੇਰੇ ਨਾਲ ਕੱਢੋ ਯਸਾਇਆ 40, ਉਸ ਦੀ 10ਵੀਂ ਆਇਤ ਨੂੰ ਅਸੀਂ ਦੇਖਾਂਗੇ। ਇੱਥੇ ਇਸ ਤਰ੍ਹਾਂ ਲਿਖਿਆ, ਤੂੰ ਨਾ ਡਰ, ਮੈਂ ਤੇਰੇ ਨਾਲ ਹਾਂ। ਮੈਂ ਤੇਰਾ ਪਰਮੇਸ਼ਰ ਹਾਂ, ਸੋ ਤੂੰ ਕਿਸੇ ਚੀਜ਼ ਦਾ ਨਾ ਡਰ। ਮੈਂ ਤੈਨੂੰ ਸ਼ਕਤੀ ਦੇਵਾਂਗਾ ਅਤੇ ਤੇਰੀ ਮਦਦ ਕਰਾਂਗਾ। ਮੈਂ ਆਪਣੇ ਬਲੀ ਹੱਥ ਨਾਲ ਤੇਰਾ ਬਚਾਅ ਕਰਾਂਗਾ। ਭਜਨ ਵਿੱਚ ਅਸੀਂ ਦੇਖਿਆ ਕਿ ਬਾਰ-ਬਾਰ ਇੱਕ ਸ਼ਬਦ ਆਇਆ ਸੀਗਾ, ਉਹ ਸ਼ਬਦ ਸੀਗਾ ਤੂੰ, ਤੂੰ, ਤੂੰ। ਔਰ ਇੱਥੇ ਆਇਆ ਹੈ ਕਿ ਮੈਂ ਤੈਨੂੰ ਰੱਦਿਆ ਨਹੀਂ, ਸਗੋਂ ਚੁਣਿਆ ਹੈ। ਤੂੰ ਨਾ ਡਰ, ਮੈਂ ਤੇਰੇ ਨਾਲ ਹਾਂ। ਮੈਂ ਤੇਰਾ ਪਰਮੇਸ਼ਰ ਹਾਂ, ਸੋ ਤੂੰ ਕਿਸੇ ਚੀਜ਼ ਤੋਂ ਨਾ ਡਰ। ਮੈਂ ਤੈਨੂੰ ਸ਼ਕਤੀ ਦੇਵਾਂਗਾ ਅਤੇ ਤੇਰੀ ਮਦਦ ਕਰਾਂਗਾ। ਮੈਂ ਆਪਣੇ ਬਲੀ ਹੱਥ ਨਾਲ ਤੇਰਾ ਬਚਾਅ ਕਰਾਂਗਾ। ਮੈਂ ਜੋ ਹੈ ਉਹ ਮੈਂ ਸਿਰਫ ਇੱਕੋ ਹੀ ਹੈ। ਜਸਾਇਆ 41:10, ਹਾਂਜੀ 41, ਹਾਂਜੀ। ਸੋ ਜੋ ਮੈਂ ਆ ਉਹ ਸਿਰਫ ਇੱਕੋ ਹੀ ਹੈ, ਉਸ ਤੋਂ ਸਿਵਾ ਹੋਰ ਕੋਈ ਨਹੀਂ ਹੈ। ਜਿਸ ਤਰ੍ਹਾਂ ਸਾਰੀ ਦੁਨੀਆ ਕਹਿੰਦੀ ਰੱਬ ਹੈ, ਇੱਕ ਹੈ, ਸੋ ਉਹੀ ਹੈ। ਇਸੇ ਲਈ ਅਸੀਂ ਦੇਖਾਂਗੇ, ਅਗਰ ਉਸ ਦੇ ਚੇਲਿਆਂ ਦੇ ਵਿੱਚ ਅਸੀਂ ਦੇਖਾਂਗੇ ਕਿ ਜਦੋਂ ਮੈਂ ਆਈ ਤਾਂ ਕੀ ਹੋਇਆ ਹੈ। ਜਦੋਂ ਮੈਂ ਆਉਂਦੀ ਇਨਸਾਨ ਦੇ ਵਿੱਚ ਕੀ ਹੁੰਦਾ ਹੈ। ਮੇਰੇ ਨਾਲ ਕੱਢੋ ਮਰਕਸ 14, ਉਸ ਦੀ 27 ਤੋਂ ਲੈ ਕੇ 31 ਆਇਤ ਤੱਕ। ਮਰਕਸ 14, 27 ਤੋਂ 31। ਯਿਸੂ ਨੇ ਉਹਨਾਂ ਨੂੰ ਕਿਹਾ, ਤੁਸੀਂ ਸਾਰੇ ਮੈਨੂੰ ਛੱਡ ਜਾਓਗੇ। ਧਰਮ ਗ੍ਰੰਥ ਵਿੱਚ ਇਸ ਬਾਰੇ ਲਿਖਿਆ ਹੋਇਆ ਹੈ, ਮੈਂ ਚਰਵਾਹੇ ਨੂੰ ਮਾਰਾਂਗਾ ਅਤੇ ਭੇਡਾਂ ਤਿੱਤਰ ਬਿੱਤਰ ਹੋ ਜਾਣਗੀਆਂ। ਪਰ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਪਿੱਛੋਂ ਮੈਂ ਤੁਹਾਡੇ ਅੱਗੇ ਗਲੀਲ ਨੂੰ ਜਾਵਾਂਗਾ। ਪਰ ਪਤਰਸ ਨੇ ਉੱਤਰ ਦਿੱਤਾ, ਬੇਸ਼ੱਕ ਇਹ ਠੋਕਰ ਖਾਣ
ਪਰ ਮੈਂ ਠੋਕਰ ਨਹੀਂ ਖਾਵਾਂਗਾ। ਮੈਂ ਬੇਸ਼ੱਕ ਦੂਸਰਿਆਂ ਨੂੰ ਉਂਗਲੀ ਕਰ ਰਿਹਾ ਹੈ, ਇਹ ਠੋਕਰ ਬੇਸ਼ੱਕ ਖਾਣ, ਲੇਕਿਨ ਮੈਂ ਬੇਸ਼ੱਕ ਇਹ ਠੋਕਰ ਖਾਣ, ਪਰ ਮੈਂ ਠੋਕਰ ਨਹੀਂ ਖਾਵਾਂਗਾ। ਯਸੂ ਨੇ ਉਸ ਨੂੰ ਅੱਗੋਂ ਕਿਹਾ, ਇਹ ਜਾਣ ਰੱਖ, ਅੱਜ ਰਾਤ ਹੀ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰੀ ਮੇਰਾ ਇਕਰਾਰ ਕਰੇਂਗਾ, ਤੂੰ ਮੇਰਾ ਇਨਕਾਰ ਕਰੇਂਗਾ। ਪਰ ਪਤਰਸ ਨੇ ਹੋਰ ਜ਼ੋਰ ਦੇ ਕੇ ਕਿਹਾ, ਨਹੀਂ, ਜੇਕਰ ਮੈਨੂੰ ਤੁਹਾਡੇ ਵਾਸਤੇ ਆਪਣੀ ਜਾਨ ਦੇਣੀ ਵੀ ਪਵੇ ਤਾਂ ਵੀ ਮੈਂ ਤੁਹਾਡਾ ਇਨਕਾਰ ਨਹੀਂ ਕਰਾਂਗਾ। ਇਸ ਤਰ੍ਹਾਂ ਬਾਕੀ ਚੇਲਿਆਂ ਨੇ ਵੀ ਕਿਹਾ। ਹੁਣ ਉਹਨਾਂ ਦੇ ਵਿੱਚ ਵੀ ਆ ਗਈ ਮੈਂ। ਮੇਰੇ ਭੈਣੋ ਭਰਾਵੋ, ਸਾਡੇ ਇੱਥੇ ਇੱਕ ਇਸ ਸ਼ਹਿਰ ਵਿੱਚ ਹੀ ਰਹਿੰਦਾ, ਮੈਂ ਉਸ ਦਾ ਨਾਂ ਨਹੀਂ ਲਵਾਂਗਾ, ਪਾਸਵਾਨ ਡੇਵਨ ਹੁਣਾਂ ਨੇ ਬੋਲਣਾ ਸੀਗਾ ਚਿਲਾ ਬੈਕ ਦੇ ਵਿੱਚ। ਉੱਥੇ 500 ਲੋਕ ਬੈਠੇ ਨੇ, ਤੋ ਉਹ ਉਹਨਾਂ ਦੇ ਨਾਲ ਬੈਠੇ ਨੇ। ਤੇ ਉਹ ਜਦੋਂ ਹੁਣ ਪਾਸਵਾਨ ਹੁਣਾਂ ਦੀ ਵਾਰੀ ਆਈ, ਕਿਉਂਕਿ ਜਦੋਂ ਇਹ ਸਮੇਂ ਦਿੱਤੇ ਜਾਂਦੇ ਨੇ, ਜਦੋਂ ਪ੍ਰੀਚ ਕਰਨ ਦੇ ਲਈ, ਇਹ ਸਮੇਂ ਲਿਮਟਿਡ ਹੁੰਦੇ ਨੇ। ਮੰਨ ਲਓ 15 ਮਿੰਟ 20 ਮਿੰਟ, ਉਸ ਤੋਂ ਬਾਅਦ ਕਿਉਂਕਿ ਦੂਸਰੇ ਨੇ ਪ੍ਰੋਗਰਾਮ ਸਕੇਜੂਲ ਦੇ ਹਿਸਾਬ ਨਾਲ ਚੱਲਦੇ ਆ। ਤਾਂ ਉਹ ਬੰਦਾ ਜਦੋਂ ਪਾਸਵਾਨ ਹੁਣਾਂ ਦੇ ਨਾਲ ਬੈਠਾ ਸੀਗਾ, ਤੇ ਉਹ ਕਹਿੰਦਾ, ਪਾਸਵਾਨ ਜੀ ਮੈਂ ਵੀ ਕੁਛ ਕਹਿਣਾ ਚਾਹੁੰਦਾ, ਮੈਂ ਵੀ ਕੁਛ ਕਹਿਣਾ। ਉਹ ਕਹਿੰਦਾ, ਨਹੀਂ, ਤੂੰ ਨਹੀਂ, ਰਹਿਣ ਦੇ, ਕਿਉਂਕਿ ਇਹ ਸਮਾਂ ਮੇਰੇ ਕੋਲ ਸਿਰਫ 12 ਕੁ 13 ਮਿੰਟ ਨੇ। ਸੋ ਉਹਨਾਂ ਦੇ ਵਿੱਚ ਮੈਨੂੰ ਇਹ ਕਰਨਾ ਪਏਗਾ, ਤੂੰ ਰਹਿਣ ਦੇ, ਫਿਰ ਕਿਸੇ ਦਿਨ ਸਹੀ। ਨਹੀਂ ਜੀ ਪਾਸਵਾਨ ਜੀ, ਤੁਸੀਂ ਮੈਂ ਕੁਛ ਕਹਿਣਾ ਚਾਹੁੰਦਾ। ਹੁਣ ਉਸ ਦੇ ਅੰਦਰ ਸ਼ੈਤਾਨ ਆ ਗਿਆ ਹੈ, ਮੈਂ ਕਰ ਰਿਹਾ ਹੋ। ਤੋ ਪਾਸਵਾਨ ਜਦੋਂ ਉੱਪਰ ਆਏ ਨੇ, ਤਾਂ ਉਹਨਾਂ ਨੇ ਸੰਗਤ ਅੱਗੇ ਬੇਨਤੀ ਕੀਤੀ ਕਿ ਭਾਈ ਸਾਹਿਬ ਕੁਛ ਕਹਿਣਾ ਚਾਹੁੰਦੇ ਨੇ। ਸ਼ੈਤਾਨ ਦਾ ਉੱਥੇ, ਕਿਉਂਕਿ ਜਿਸ ਤਰ੍ਹਾਂ ਯਿਸੂ ਮਸੀਹ ਨਾਲ ਆਪਣੇ ਚੇਲਿਆਂ ਨੂੰ ਰੋਕ ਰਹੇ ਨੇ, ਕਹਿ ਰਹੇ ਨੇ, ਲੇਕਿਨ ਉਹ ਸੁਣ ਨਹੀਂ ਰਿਹਾ। ਇਸੇ ਤਰ੍ਹਾਂ ਪਾਸਵਾਨ ਨੇ ਉਸ ਨੂੰ ਰੋਕਿਆ, ਨਾ ਕਹਿ। ਇਸ ਲਈ ਬਾਈਬਲ ਦੱਸਦੀ ਹੈ ਕਿ ਕੁਝ ਸਮੇਂ ਹੁੰਦੇ ਨੇ, ਰੁਕ ਜਾਓ, ਚੁੱਪ ਹੋ ਜਾਓ। ਸੋ ਉਹ ਰੁਕਿਆ ਨਹੀਂ। ਤਾਂ ਉਸਨੇ ਜਦੋਂ ਇੱਥੇ ਆਇਆ, ਉਸ ਦੇ ਅੰਦਰ ਉਹ ਕਹਿੰਦਾ, ਮੈਂ ਯਿਸੂ ਮਸੀਹ ਨੂੰ ਜਾਣਿਆ ਹੈ। ਅਗਰ ਮੇਰੀਆਂ ਹੱਡੀਆਂ ਦਾ ਮੇਰੀ ਕੌਮ ਮੈਨੂੰ ਫੜ ਕੇ ਮੇਰੀਆਂ ਹੱਡੀਆਂ ਨੂੰ ਪੀਸ ਵੀ ਦੇਵੇ, ਤਾਂ ਫਿਰ ਵੀ ਮੈਂ ਯਿਸੂ ਮਸੀਹ ਦਾ ਇਨਕਾਰ ਨਹੀਂ ਕਰਾਂਗਾ। ਤਾਂ ਉਸੇ ਦਿਨ ਹੀ ਉਹ ਡਿੱਗ ਗਿਆ ਸੀਗਾ, ਕਿਉਂਕਿ ਉਸ ਦੇ ਵਿੱਚ ਮੈਂ ਆ ਗਈ ਸੀ, ਜਿਸ ਦਾ ਅਸੀਂ ਪਹਿਲਾਂ ਦੇਖਿਆ ਸੀ, ਸ਼ੈਤਾਨ। ਮੈਂ ਉਦੋਂ ਹੀ ਆਉਂਦੀ ਹੈ ਜਦੋਂ ਸ਼ੈਤਾਨ ਨੇ ਕੁਛ ਕਰਨਾ ਹੋਵੇ। ਸੋ ਮੈਂ ਤੋਂ ਆਪਣੇ ਤੋਂ ਦੂਰ ਰੱਖੋ। ਯਿਸੂ ਮਸੀਹ ਉਹਨੂੰ ਡਾਂਟ ਰਹੇ ਨੇ, ਕਹਿ ਰਹੇ ਨੇ, ਲੇਕਿਨ ਉਹ ਫਿਰ ਕਹਿੰਦਾ ਨਹੀਂ। ਉਹ ਦੂਸਰਿਆਂ ਨੂੰ ਕਹਿ ਰਿਹਾ, ਬੇਸ਼ੱਕ ਇਹ ਛੱਡ ਜਾਣ, ਮੈਂ ਨਹੀਂ ਛੱਡਾਂਗਾ। ਮੈਂ ਸ਼ੈਤਾਨ ਹੈ। ਮੈਂ ਦੂਸਰਾ ਨਾਮ ਉਸਦਾ ਜਿਹੜਾ ਮੈਂ ਸ਼ੈਤਾਨ ਦਾ ਨਾਂ ਹੈ। ਸੋ ਉਸੇ ਦਿਨ ਹੀ ਡਿੱਗ ਗਿਆ ਸੀਗਾ। ਤੇ ਅੱਜ ਉਹ ਖੁਦਾਵੰਦ ਯਿਸੂ ਮਸੀਹ ਦੇ ਵਿੱਚ ਨਹੀਂ ਹੈ। ਉਹ ਕਦੇ ਕਤਾਈ ਉਹ ਪਾਸਵਾਨ ਉਹਨਾਂ ਨੂੰ ਮਿਲਣ ਆਉਂਦੇ ਨੇ, ਕਿਉਂਕਿ ਉਹਨਾਂ ਨੂੰ ਮੈਂ ਇੱਥੇ ਨਿਕਲਦੇ 1-2 ਵਾਰੀ ਦੇਖਿਆ ਹੈ। ਉਹ ਸਿਰਫ ਆਉਂਦੇ ਨੇ, ਸਿਰਫ ਉਹਨਾਂ ਨੂੰ ਹਲੋ ਕਰਨ, ਲੇਕਿਨ ਹੁਣ ਉਹਨਾਂ ਦਾ ਕੋਈ ਹੈ ਨਹੀਂ। ਸੋ ਖੁਦਾਵੰਦ ਯਿਸੂ ਮਸੀਹ ਮੇਰੇ 'ਤੇ ਵੀ ਰਹਿਮ ਕਰੇ ਔਰ ਤੁਹਾਡੇ 'ਤੇ, ਮੈਂ ਤੋਂ ਸਾਡੇ ਤੋਂ ਉਹ ਦੂਰ ਰੱਖੇ। ਅੱਗੇ ਅਸੀਂ ਦੇਖਾਂਗੇ ਇਸੇ ਦੇ 14 ਦੀ, ਮਰਕਸ 14 ਦੀ 66 ਤੋਂ ਲੈ ਕੇ 72 ਤੱਕ। ਹੁਣ ਅੱਗੇ ਦੇਖੋ, ਪਤਰਸ ਅਜੇ ਤੱਕ ਹੇਠਾਂ ਵਿਹੜੇ ਵਿੱਚ ਹੀ ਸੀ ਕਿ ਮਹਾਂਪੁਰੋਹਿਤ ਦੀ ਇੱਕ ਦਾਸੀ ਉੱਥੇ ਆਈ ਅਤੇ ਪਤਰਸ ਨੂੰ ਅੱਗ ਸੇਕਦਿਆਂ ਵੇਖ ਕੇ ਬੋਲੀ, ਤੂੰ ਵੀ ਤਾਂ ਨਾਸਰਤ ਦੇ ਰਹਿਣ ਵਾਲੇ ਯਿਸੂ ਦੇ ਨਾਲ ਸੀ।
उसने इनकार करदिया होया कहा मैं नहीं जानदा। हुण उही मैं जिस मैं ना कह रहा सी कि मैं ये छड्ड जाण लेकिन मैं नहीं छड्डांगा, उही मैं दे नालों उसका इनकार कर रहा है। इनकार करदिया होया कहा मैं नहीं जानदा, मैं नहीं समझदा, तू की कह रही है। एक बारी नहीं, दो बारी भी तू की कह रही है। ये कह के वो बाहर ड्योड़ी में चला गया। उस वेले कुक्कड़ ने पहली बांग दिती। उस दासी ने उसनूं उत्थे फिर देखा अते लागे खड़े लोकां नूं कहना शुरू किया, ये भी उन्हां विच ही है। उसने फिर इनकार किया, पर थोड़े चिर पिछों उत्थे खड़े होयां विचों एक ने पतरस नूं कहा, सचमुच तू भी उन्हां विचों ही है, क्योंकि तू गलील दे रहण वाला है। इस उत्ते वो अपने आप नूं बुरा भला कहण लगा अते सौं खा के बोलिया, जिस आदमी बारे तुसी गल्लां कर रहे हो उसनूं मैं बिल्कुल नहीं जानदा हाँ। देखा किस तरह मैं ने उसनूं प्रभु यसू तो उसनूं दूर कर दिता है। याद रखो उस प्रार्थना विच जो असीं बहने हाँ, किते मैं तो नहीं मेरे और तुहाडे विच। किस तरह हुण वो यसू मसीह दे नाल सी अज उही यसू मसीह वो कह रहा है कि जिस आदमी बारे तुसी गल्लां कर रहे हो उसनूं मैं बिल्कुल नहीं जानदा। बिल्कुल उसका साफ ही इनकार कर दिता है। अज उही भाई उसनूं मैं एक दो बारी मिलण दी गल होई, कोशिश की गई है जिसका मैं जिक्र किया है हुणे, लेकिन वो नो वो सुनने लई तैयार नहीं है। उस वेले कुक्कड़ ने दूजी बार बांग दिती अते पतरस नूं यसू दे ये कहे हुए शब्द याद आए, कुक्कड़ दे 2 बार बांग देण तो पहला तू 3 बार मेरा इनकार करेगा। इस उत्ते वो ढाई मार के रोण लग पिया। जो यसू मसीह उसनूं कहा सीगा हुण उसनूं याद आया है, वो यसू मसीह दे चरनी डिग पिया है। हुण याद आए उसनूं धरती ते डिग गया है, रोण लग गया है, पछतावा है। सचमुच यसू मसीह ने कहा है जो पछतावा करते हैं, जो दीन ने, मैं उत्थे हाँ, मैं उन्हां दे नाल हाँ। खुदावंद यसू मसीह का सानू हमेशा शुक्र करते रहना चाहिए है। जो भी सानू सचमुच जिस तरह अगर वो सानू दुख विच रखता है चाहे सुख विच रखता है, हमेशा उसका यही कहो कि शुक्र है तेरा। सानू इस कैनेडा देश लिए हर रोज़ उठ के शुक्र करना चाहिए। मैं यही कहना ना, इस ब्यूटीफुल कंट्री इन वॉस मैं हमेशा इसनूं नंबर 1 ते रखदा है, पहले नंबर ते। असी वो सानू इत्थे चीज़ां दित्तियां होईयां जिहड़ियां चीज़ां मैनूं उत्थे नहीं मिल सकदियां सीगियां। असी भैन भाई जिहड़े तुसीं इत्थे बैठे हो, असी उत्थे अगर हिंदुस्तान च हुंदे तो असी जिथे आ बैठे जानते ना हुंदे एक दूजे नूं। ये किस दा काम है? उस मालक यसू मसीह दा, जिन्हां दे राहीं असी आए हैं, जिन्हां ने साडी एफर्ट कीता इत्थे सद्दण दी। उन्हां दे लई प्रभु यसू दे अगे प्रार्थना रखो कि प्रभु यसू उन्हां दी जिंदगी विच बड़ा काम करे। अगर वो नहीं जानते तो उस तो मंगो। मैं शुक्र करदा है उस, क्योंकि पिछले दिन मेरी बांह दे विच बड़ा दर्द पैण लग पिया। मैं इसनूं इग्नोर करदा गया। मैं क्या अज भी हटदा है, कल भी हटदा है। तो मैं यूजली अगर मैं डॉक्टर चैन नूं फोन करा तो वो मैनूं कहंदे तो राइट भी आ जा। ईवन मैं अपनी माँ दे लिए भी फोन करा कि मैं तो कहंदे आ जा 10-15 मिनट तक आ जाओ। तो मैं डॉक्टर चैन दे जाण दी बजाए मेरा जिहड़ा ध्यान है वो हॉस्पिटल नूं जा रहा है भी हॉस्पिटल चल। तो मैं अपने आप को समा दे रहा भी नहीं जाना नहीं है, भी हट जाएगा, लेकिन मेरी बांह का दर्द बढ़ रहा है। तो मैं जब वीरवार सीगा तो मैं उठ्या सवेर नूं ते ब्रेकफास्ट खाधी तो 9 बजदे नूं मैं देखा, फिर मैं कहा 9 बज गया, हॉस्पिटल ही चलदा।
ਹਸਪੀਟਲ ਚਲਾ ਗਿਆ, ਉੱਥੇ ਖਾਲੀ ਪਿਆ ਸੀਗਾ, ਉਹਨੂੰ ਰਾਈਟ ਵੇ ਮੈਨੂੰ ਅੰਦਰ ਬਾੜ ਲਿਆ। ਉਹਨਾਂ ਨੇ ਮੇਰਾ ਬਲੱਡ ਪ੍ਰੈਸ਼ਰ ਚੈੱਕ ਕਰ ਲਿਆ। ਉਹ ਕਹਿੰਦੇ ਵੀ ਤੇਰਾ ਬਲੱਡ ਪ੍ਰੈਸ਼ਰ ਠੀਕ ਹੈ, ਪਰ ਤੂੰ ਬੈਠ, ਅਸੀਂ ਤੈਨੂੰ ਹੋਰ ਅਸੈਸ ਕਰਾਂਗੇ। ਉਹਨਾਂ ਨੇ 10 ਮਿੰਟਾਂ ਬਾਅਦ ਹੋਰ ਇੱਕ ਭਾਈ ਆ ਗਿਆ, ਮਸ਼ੀਨ ਲੈ ਕੇ ਉਹ ICG ਕਰਨ ਲੱਗ ਪਿਆ, ਅਤੇ ਉਹ ਕਰਕੇ ECG ਐਂਡ ਉਹ ਕਰਕੇ ਉਹ ਵੀ ਰਿਪੋਰਟ ਆ ਗਈ। ਕਹਿੰਦੇ 15-20 ਮਿੰਟਾਂ ਬਾਅਦ ਉਹ ਵੀ ਕਹਿੰਦੇ ਠੀਕ ਆ ਜੀ। ਫਿਰ ਉਹ ਕਹਿੰਦੇ ਵੀ ਡਾਕਟਰ ਆ ਗਿਆ, ਉਹ ਕਹਿੰਦਾ ਵੀ ਤੇਰਾ ਅਸੀਂ ਬਲੱਡ ਲਵਾਂਗੇ, ਹੁਣ ਤੂੰ ਆਇਆ ਹੀ ਆ। ਅਤੇ ਭਰਾ ਹੁਣੀ ਹੱਸ ਰਿਹਾ ਵੀ ਕਿ ਇਹ ਵੀ ਜਾ ਕੇ ਆਏ ਨੇ। ਅਤੇ ਉਹਨਾਂ ਨੇ ਬਲੱਡ ਮੇਰਾ ਲੈ ਲਿਆ ਅਤੇ ਬਾਂਹ ਮੇਰੀ ਹਟ ਗਈ। ਸੋ ਹੁਣ ਆਇਆ ਨੋ ਪੇਨ। ਸੋ ਹੁਣ ਜਿਹੜਾ ਉਹ ਬਲੱਡ ਲੈ ਕੇ ਚੱਲ ਗਿਆ ਅਤੇ ਉਹ ਬਲੱਡ ਦਾ ਜਿਹੜਾ ਰਿਜ਼ਲਟ ਆਉਣ ਨੂੰ ਸਮਾਂ ਲੱਗਦਾ ਹੈ। ਹੁਣ ਮੇਰਾ ਮਨ ਕਰੇ ਕਿ ਚਲੇ ਜਾ ਮਨਾ ਇੱਥੋਂ, ਹੁਣ ਤੂੰ ਉੱਠ ਖੜੋ, ਕਿਉਂਕਿ ਸਭ ਕੁਝ ਠੀਕ ਹੈ, ਇਹ ਵੀ ਕਹਿ ਰਹੇ ਨੇ ਠੀਕ ਕਰੇ। ਫਿਰ 2-3 ਘੰਟੇ ਬਾਅਦ ਉਹ ਬਲੱਡ ਆਲਾ ਆ ਗਿਆ ਅਤੇ ਐਕਸਰੇ ਵੀ ਕਰਾਤੇ ਉਹਨਾਂ ਨੇ ਮੀਨ ਟਾਈਮ ਮੇਰੇ। ਅਤੇ ਉਹ ਮੁੜ ਕੇ ਡਾਕਟਰ ਵੀ ਆ ਗਿਆ, ਅਤੇ ਡਾਕਟਰ ਕਹਿੰਦਾ ਵੀ ਉਹਨੇ ਮੈਨੂੰ ਆ ਕੇ ਚੈੱਕ ਕੀਤਾ ਫਿਰ ਦੁਬਾਰਾ ਸਾਰਾ ਕੁਛ। ਉਹ ਕਹਿੰਦੇ ਵੀ ਤੂੰ ਤਾਂ ਠੀਕ ਹੈ, ਤੂੰ ਤਾਂ ਸਾਨੂੰ ਚੰਗਾ ਭਲਾ ਲੱਗਦਾ ਵੀ ਆਈ ਡੋਨਟ ਨੋ ਵੀ ਯੂ ਸੀਮਸ ਲਾਈਕ ਪ੍ਰੀਟੀ ਹੈਲਥੀ, ਵੀ ਸਾਰਾ ਕੁਝ ਤੇਰਾ ਤਾਂ ਸਾਰਾ ਕੁਝ ਨੋਰਮਲ ਹੈ, ਐਵਰੀਥਿੰਗ ਜਸਟ ਬਲੱਡ ਪ੍ਰੈਸ਼ਰ ਇਜ਼ ਐਵਰੀਥਿੰਗ, ਜਸਟ ਯੂ ਆਰ ਹੈਲਥੀ ਗਾਏ। ਪਰ ਉਹ ਕਹਿੰਦੇ ਫਿਰ ਮੈਨੂੰ ਕਹਿੰਦੇ ਭਾਈ ਤੂੰ ਬੈਠ, ਹਜੇ ਫਿਰ ਦੁਬਾਰਾ ਇਹ ਰਿਪੀਟ ਕਰਾਂਗੇ। ਫਿਰ ਮੇਰਾ ਮਨ ਕਰੇ ਵੀ ਨਹੀਂ ਮਨਾ, ਨੱਠ ਜਾ ਇੱਥੋਂ। ਅਤੇ ਉਹ ਇੱਕ ਰੂਮ 'ਚ ਬਿਠਾਇਆ ਅਤੇ ਫਿਰ ਮੈਂ ਉੱਥੇ ਬੈਠਾ ਰਿਹਾ। ਅਤੇ ਫਿਰ ਇੱਕ ਮੈਨੂੰ ਨਰਸ ਆਈ, ਉਹ ਕਹਿੰਦੀ ਤੂੰ ਇੱਥੇ ਹੀ ਬੈਠਾ ਕਿੰਨਾ ਚਿਰ ਦਾ, ਤੇਰਾ ਕਿਸੇ ਨੇ ਤੇਰੀ ਕੋਈ ਪਤਾ ਸ਼ਤਾ ਲਿਆ? ਮੈਂ ਕਿਹਾ ਜੀ ਹਾਂਜੀ ਲਿਆ, ਮੇਰਾ ਸਭ ਕੁਛ ਹੋ ਚੁੱਕਾ ਹੈ, ਪਤਾ ਨਹੀਂ ਇਹ ਫਿਰ ਕਹਿੰਦੇ ਦੁਬਾਰਾ ਕਰਨਾ ਹੈ। ਅਤੇ ਉਹ ਕਹਿੰਦੀ ਇਸ ਤਰ੍ਹਾਂ ਕਰ, ਫਿਰ ਤੂੰ ਗੌਨ ਪਾ ਲਾ। ਅਤੇ ਉਹ ਗੌਨ ਪਾ ਕੇ ਅਤੇ ਮੈਨੂੰ ਉਹਨਾਂ ਨੇ ਇੱਕ 80-85 ਸਾਲ ਦੀ ਬੁੜੀ ਕੋਲ ਜਾ ਕੇ ਬਿਠਾ ਦਿੱਤਾ ਚੇਅਰ ਦੇ ਉੱਤੇ। ਅਤੇ ਮੈਂ ਉੱਥੇ ਬਹਿ ਗਿਆ, ਮੈਂ ਉਹਦੇ ਵੱਲ ਦੇਖਿਆ, ਮੈਂ ਚੁੱਪ ਕਰਕੇ। ਅਤੇ ਉਹਦਾ ਹਾਲ ਬਹੁਤ ਬੁਰਾ, ਔਰਤ ਦਾ। ਉਸਨੂੰ ਜੋ ਖਾਂਦੀ ਸੀ ਉਹਨੂੰ ਪਚਦਾ ਨਹੀਂ ਹੈ। ਲੇਕਿਨ ਇੱਕ ਚੀਜ਼ ਖੁਦਾਬੰਦ ਸ਼ਾਇਦ ਉਹ ਮੈਨੂੰ ਦਿਖਾਉਣੀ ਚਾਹੁੰਦਾ ਸੀਗਾ, ਇਸ ਲਈ ਮੈਨੂੰ ਲੈ ਕੇ ਗਿਆ ਸੀਗਾ ਕਿ ਉਸਦੇ ਅੰਦਰ ਸ਼ੁਕਰਗੁਜ਼ਾਰੀ ਸੀ, ਉਸਦੇ ਅੰਦਰ ਸ਼ੁਕਰਗੁਜ਼ਾਰੀ ਸੀ। ਮੈਨੂੰ ਕਹਿੰਦੀ ਯੂ ਨੋ ਜੀਸਸ? ਮੈਂ ਕਿਹਾ ਯੈਸ। ਕਹਿੰਦੀ ਸ਼ੁਕਰ ਕਰ ਰੱਬ ਦਾ। ਫਿਰ ਜਿਹੜਾ ਵੀ ਉਹਦੇ ਕੋਲ ਲਾਗੇ ਆਉਂਦਾ ਸੀਗਾ ਉਹਨੂੰ ਇਹੀ ਕਹਿੰਦੀ ਸੀ। ਮੇਰੇ ਮਨ ਦੇ ਵਿੱਚ ਆਇਆ ਇਹ 85 ਸਾਲ ਦੀ ਔਰਤ, ਇਸ ਦੇ ਅੰਦਰ ਸ਼ੁਕਰਗੁਜ਼ਾਰੀ ਹੈ, ਸਾਡੇ ਅੰਦਰ ਸ਼ੁਕਰਗੁਜ਼ਾਰੀ ਹੈ ਨਹੀਂ ਇੰਨੀ। ਫਿਰ ਜੋ ਇੱਕ ਉਸਨੇ ਗੱਲ ਕੀਤੀ ਉਹ ਮੇਰੇ ਮਨ ਨੂੰ ਉਸਨੇ ਬੜੀ ਸੋਚਣ 'ਤੇ ਮਜਬੂਰ ਕਰ ਦਿੱਤਾ। ਉਸਨੂੰ ਬੜੇ ਧਿਆਨ ਨਾਲ ਖੁਦਾਬੰਦ ਨੇ ਮੈਨੂੰ ਦਿਖਾਇਆ ਇਹਨਾਂ ਦਿਨਾਂ ਦੇ ਵਿੱਚ, ਕ੍ਰਿਸਮਸ ਟਾਈਮ ਦੇ ਦਿਨਾਂ ਦੇ ਵਿੱਚ। ਉਸਨੇ ਦਿਖਾਇਆ ਕਿ ਕਹਿੰਦੀ ਲੁੱਕ ਅਰਾਊਂਡ, ਕਹਿੰਦੀ ਦੇਖ ਇਸ ਨੂੰ, ਕਹਿੰਦੀ ਇਸ ਡੈਕੋਰੇਸ਼ਨ ਨੂੰ ਦੇਖ, ਇਹ ਕੀ ਸੁਨੇਹਾ ਦਿੰਦੀ ਹੈ? ਇਹ ਯਿਸੂ ਮਸੀਹ ਦਾ ਸੁਨੇਹਾ ਦਿੰਦੀ ਹੈ। ਇਹ ਯਿਸੂ ਮਸੀਹ ਦਾ ਸਾਰੀ ਦੁਨੀਆ ਨੂੰ ਕਹਿੰਦੀ। ਫਿਰ ਕਹਿੰਦੀ ਇਮੈਜਨ, ਸਾਰੀ ਦੁਨੀਆ ਨੂੰ ਝਾਤ ਮਾਰ, ਕਿਹੜਾ ਸ਼ਹਿਰ ਹੋਏਗਾ, ਕਿਹੜਾ ਕੋਨਾ ਹੋਏਗਾ ਜਿੱਥੇ ਯਿਸੂ ਮਸੀਹ ਦੀ ਇਹਨੂੰ ਮਨਾਇਆ ਨਹੀਂ ਜਾ ਰਿਹਾ। ਕਹਿੰਦੀ ਸ਼ੇਮ, ਕਹਿੰਦੀ ਮੈਨੂੰ ਦੁੱਖ ਹੁੰਦਾ ਹੈ, ਕਹਿੰਦੀ ਜਦੋਂ ਪ੍ਰਭੂ ਯਿਸੂ ਦੇ ਪਿੱਛੇ ਚੱਲਣ ਵਾਲੇ ਕੁਛ ਲੋਕ ਇਸ ਚੀਜ਼ ਨੂੰ ਲੈਂਦੇ ਨਹੀਂ ਹੈ। ਅਗਰ ਯਿਸੂ ਮਸੀਹ ਦੀ, ਉਹ ਕਹਿੰਦੀ ਯਿਸੂ ਮਸੀਹ ਦਾ ਇਸ ਦੁਨੀਆ 'ਤੇ ਆਉਣਾ ਪਰਮ ਪ੍ਰਧਾਨ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ ਔਰ ਇਸ ਧਰਤੀ ਉੱਤੇ ਮਨੁੱਖ ਜਾਤੀ ਵਿੱਚ ਸੁਲ੍ਹਾ ਹੋਵੇ, ਇਸ ਦਾ ਸੰਦੇਸ਼ ਦਿੰਦਾ ਇਸ ਦਾ ਆਉਣਾ। ਔਰ ਇਸ ਦੁਨੀਆ ਤੋਂ ਜਾਣਾ, ਕਹਿੰਦੀ ਸਲੀਬ 'ਤੇ ਇਹ ਸੰਦੇਸ਼ ਦਿੰਦਾ ਹੈ ਕਿ ਐ ਬਾਪ ਇਹਨੇ ਮਾਫ਼ ਕਰ, ਇਹ ਨਹੀਂ ਜਾਣਦੇ ਕੀ ਕਰ ਰਹੇ ਨੇ। ਫਿਰ ਵੀ ਪਿਆਰ ਹੈ, ਆਉਣਾ ਉਸਦਾ ਪਿਆਰ ਹੈ ਔਰ ਜਾਣਾ ਪਿਆਰ ਹੈ। ਫਿਰ ਵੀ ਉਸਦਾ ਜੰਮਣਾ ਔਰ ਮਰਨਾ। ਕੁਛ ਲੋਕ ਦੁਨੀਆ ਦੇ ਕਿਉਂ ਅੱਜ ਲਾਈਟਾਂ ਜੋ ਦੁਨੀਆ ਲਾਉਂਦੀ ਹੈ, ਬੇਸ਼ੱਕ ਉਹਨਾਂ ਨੂੰ ਇਸ ਦਾ ਬਾਰੇ ਪਤਾ ਨਾ, ਲੇਕਿਨ ਲਾਈਟਿੰਗ ਮੀਨ ਖੁਸ਼ੀ ਜ਼ਾਹਿਰ ਕਰਦੀ ਹੈ। ਜਿਸ ਘਰ ਦੇ ਵਿੱਚ ਲਾਈਟ ਨਾ ਹੋਵੇ ਉਸ ਘਰ ਵਿੱਚ ਖੁਸ਼ੀ ਨਹੀਂ ਹੁੰਦੀ, ਤੰਦਰੁਸਤੀ ਨਹੀਂ ਹੁੰਦੀ। ਜੋ ਹਨੇਰੇ ਨੂੰ ਪਸੰਦ ਕਰਦਾ ਹੈ ਉਸ ਦੀ ਜ਼ਿੰਦਗੀ ਵਿੱਚ
ਰੌਸ਼ਨੀ ਨਹੀਂ ਹੁੰਦੀ, ਰੌਸ਼ਨੀ ਖੁਸ਼ੀ ਪ੍ਰਗਟ ਕਰਦੀ ਏ। ਇਸ ਲਈ ਫਰਿਸ਼ਤਿਆਂ ਨੇ ਜਦੋਂ ਯਿਸੂ ਮਸੀਹ ਪੈਦਾ ਹੋਏ ਸੀ ਉਹ ਇਹੀ ਕਹਿੰਦੇ ਸੀ, ਪਰਮ ਪ੍ਰਧਾਨ ਦੇ ਵਿੱਚ ਪਰਮੇਸ਼ਰ ਦੀ ਵਡਿਆਈ ਹੋਵੇ ਔਰ ਮਨੁੱਖਾਂ ਵਿੱਚ ਆਪਸ ਵਿੱਚ ਸ਼ਾਂਤੀ। ਔਰ ਜੋ ਸਲੀਬ 'ਤੇ ਜਦੋਂ ਉਹਦਾ ਸਮਾਂ ਰਿਹਾ, ਜੋ ਇਸਨੇ ਪ੍ਰਚਾਰ ਕੀਤਾ ਹੈ, ਪ੍ਰਚਾਰ ਦੇ ਵਿੱਚ ਉਸਦੀ ਦਇਆ ਸੀ, ਦਇਆ ਦਿਸੀ ਹੈ ਸਾਨੂੰ। ਸਲੀਬ 'ਤੇ ਉਸਦੀ ਮਾਫੀ ਹੈ। ਭੈਣੋ ਭਰਾਓ, ਮੈਂ ਤੁਹਾਡੇ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਯਿਸੂ ਮਸੀਹ ਦੇ ਇਸ ਪਵਿੱਤਰ ਵਚਨ ਨੂੰ ਪੜ੍ਹੋ। ਅਗਰ ਪਵਿੱਤਰ ਵਚਨ ਕਹਿੰਦਾ ਹੈ ਉਹ ਕਰੋ, ਜੋ ਨਹੀਂ ਕਹਿੰਦਾ ਨਾ ਕਰੋ। ਆਓ ਅਸੀਂ ਅੱਗੇ ਵੱਧਦੇ ਹਾਂ। ਤਾਂ ਮੈਂ ਉਸ ਲਈ ਪ੍ਰਭੂ ਯਿਸੂ ਦਾ ਸ਼ੁਕਰ ਕੀਤਾ। ਬਹੁਤ ਮੈਨੂੰ ਪ੍ਰਭੂ ਯਿਸੂ ਨੇ ਉਸ ਜਗ੍ਹਾ 'ਤੇ ਲੈ ਕੇ ਗਿਆ, ਲੇਕਿਨ ਮੈਨੂੰ ਕੋਈ ਦੁੱਖ ਨਹੀਂ ਹੈ। ਬਾਅਦ 'ਚ ਮੈਂ ਆਪਦਾ ਅਸੈਸ ਕੀਤਾ, ਬਾਅਦ 'ਚ ਭਰਾ ਮੈਨੂੰ ਉਸ ਦਿਨ ਮਿਲੇ, ਬਾਅਦ 'ਚ ਵੀ ਮੈਂ ਡਾਕਟਰ ਦੇ ਜਾ ਕੇ ਉਹਨਾਂ ਨੇ ਮੈਨੂੰ ਟ੍ਰੈਡਮਿਲ 'ਤੇ ਵੀ ਨਠਾਇਆ, ਸਾਰਾ ਅਸੈਸ ਕੀਤਾ। ਉਹ ਕਹਿੰਦੇ ਵੀ ਆਈ ਡੋਂਟ ਨੋ ਵਾਈ ਯੂ ਕੇਮ ਹੇਅਰ, ਵਾਈ ਵੀ ਇਟਸ ਯੂ ਆਰ ਨੋਰਮਲ ਗਾਏ, ਵੀ ਯੂ ਆਰ ਐਵਰੀਥਿੰਗ ਇਜ਼ ਫਾਈਨ। ਤਾਂ ਮੈਂ ਸਿਰਫ ਇਸੇ ਲਈ ਪ੍ਰਭੂ ਯਿਸੂ ਦਾ ਸ਼ੁਕਰ ਕੀਤਾ ਕਿ ਤੂੰ ਮੈਨੂੰ ਸਿਖਾਇਆ ਹੈ, ਉੱਥੇ ਜਾ ਕੇ ਮੈਨੂੰ ਕੁਛ ਦਿਖਾਇਆ ਹੈ ਜੋ ਮੈਂ ਦੇਖ ਨਹੀਂ ਸਕਦਾ ਸੀ। ਉਸ ਬਜ਼ੁਰਗ ਦੇ ਔਰਤ ਦੇ ਰਾਹੀਂ ਤੂੰ ਬੋਲਿਆ ਹੈ ਮੇਰੇ ਲਈ, ਮੈਂ ਤੇਰਾ ਸ਼ੁਕਰ ਕਰਦਾ ਹਾਂ। ਔਰ ਜਿੱਥੇ ਵੀ ਕਿਤੇ ਬਜ਼ੁਰਗ ਐ, ਔਰਤ ਜਿੱਥੇ ਵੀ ਕਿਤੇ ਇਸ ਵੇਲੇ ਹੋਵੇ, ਤੂੰ ਉਸ ਦੇ ਨਾਲ ਉਸ 'ਤੇ ਦਇਆ ਕਰੀ। ਮੈਂ ਹਰ ਰੋਜ਼ ਇਹੀ ਉਸ ਦੇ ਅੱਗੇ ਪ੍ਰਾਰਥਨਾ ਕਰਦਾ ਹਾਂ। ਆਓ ਹੁਣ ਉਹੀ ਪਤਰਸ, ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਵਿੱਚ ਮੈਂ ਨੇ ਉਹਨੂੰ ਕਿੱਥੇ ਲਿਜਾ ਕੇ ਸਿੱਟਿਆ ਹੈ, ਤਾਂ ਜੋ ਉਹੀ ਯਿਸੂ ਮਸੀਹ ਦੇ ਕਿਸ ਤਰ੍ਹਾਂ ਕੰਮ ਕਰ ਰਿਹਾ ਹੈ ਜਦੋਂ ਉਸ ਦੇ ਵਿੱਚੋਂ ਮੈਂ ਨਿਕਲੀਏ। ਅੱਗੇ ਆਓ ਮੇਰੇ ਨਾਲ। ਚੇਲਿਆਂ ਦੇ ਕਰਤੱਵ, ਚੇਲਿਆਂ ਦੇ ਕਰਤੱਵ, ਉਸ ਦਾ 9ਵਾਂ ਭਾਵ, ਉਸ ਦੀ 32ਵੀਂ ਆਇਤ ਨੂੰ ਦੇਖਾਂਗੇ। ਅਸੀਂ ਉਸ ਤੋਂ ਸ਼ੁਰੂ ਕਰਾਂਗੇ 43 ਤੱਕ। ਬੱਤੀ ਤੋਂ ਲੈ ਕੇ ਅੱਗੇ ਦੇਖਾਂਗੇ। ਪਤਰਸ ਸਭ ਥਾਵਾਂ ਦਾ ਦੌਰਾ ਕਰਦਾ ਹੋਇਆ ਲੂਦਾ ਵਿੱਚ ਪਰਮੇਸ਼ਰ ਦੇ ਪਵਿੱਤਰ ਭਗਤਾਂ ਕੋਲ ਪਹੁੰਚਿਆ। ਉੱਥੇ ਉਸ ਨੇ ਅਨਿਆਸ ਨਾਂ ਦਾ ਇੱਕ ਆਦਮੀ ਮਿਲਿਆ, ਜਿਸ ਨੂੰ ਅਧਰੰਗ ਸੀ ਅਤੇ 8 ਸਾਲਾਂ ਤੋਂ ਮੰਜੇ 'ਤੇ ਪਿਆ ਸੀ। ਪਤਰਸ ਨੇ ਉਸ ਨੂੰ ਕਿਹਾ, ਅਨਿਆਸ, ਯਿਸੂ ਮਸੀਹ ਤੈਨੂੰ ਨਿਰੋਇਆ ਕਰ ਰਹੇ ਹਨ, ਉੱਠ ਅਤੇ ਆਪਣਾ ਬਿਸਤਰਾ ਕਰ। ਉਹ ਤੁਰੰਤ ਉੱਠ ਬੈਠਾ। ਲੂਦਾ ਅਤੇ ਸ਼ਰੋਨ ਦੇ ਸਾਰੇ ਰਹਿਣ ਵਾਲਿਆਂ ਨੇ ਉਸ ਨੂੰ ਦੇਖਿਆ ਅਤੇ ਪ੍ਰਭੂ ਨੂੰ ਸਵੀਕਾਰ ਕੀਤਾ। ਹੁਣ ਉੱਥੇ ਯਿਸੂ ਮਸੀਹ ਦੇ ਨਾਂ 'ਤੇ ਉਸਨੇ ਪ੍ਰਾਰਥਨਾ ਕੀਤੀ ਹੈ ਕਿ ਯੂ ਸੀ ਦੇਅਰ ਇਜ਼ ਮੈਂ, ਕਿਆ ਮੈਂ ਦਾ ਜ਼ਿਕਰ ਆਇਆ ਹੈ ਉੱਥੇ? ਉਸਨੇ ਸਿੰਪਲ ਪ੍ਰਾਰਥਨਾ ਕੀਤੀ ਹੈ। ਸਾਨੂੰ ਬਚਨ ਦੱਸਦਾ ਹੈ, ਉਸਨੇ ਕਿਹਾ ਹੈ, ਯਿਸੂ ਮਸੀਹ ਤੈਨੂੰ ਨਿਰੋਇਆ ਕਰ ਰਹੇ ਹਨ, ਉੱਠ ਅਤੇ ਆਪਣਾ ਬਿਸਤਰਾ ਕਰ। ਉਸ ਦੀ ਪ੍ਰਾਰਥਨਾ ਵਿੱਚ ਮੈਂ ਨਹੀਂ ਹੈ। ਉਹ ਜੋ ਮੈਂ ਜਿਸ ਨੇ ਉਸ ਤੋਂ ਦੂਰ ਕਰ ਦਿੱਤਾ ਸੀ, ਅੱਜ ਉਸ ਦੀ ਜ਼ਿੰਦਗੀ ਵਿੱਚ ਸਾਨੂੰ ਦਿਸਦੀ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਮੈਂ ਨਹੀਂ ਹੈ। ਇਸੇ ਲਈ ਯਿਸੂ ਪਤਰਸ ਦੇ ਉੱਤੇ ਸਾਨੂੰ ਮਿਲਦਾ ਹੈ ਕਿ ਉਸ 'ਤੇ, ਜਿਸ ਤਰ੍ਹਾਂ ਯਿਸੂ ਮਸੀਹ ਨੇ ਕਿਹਾ ਹੈ ਕਿ ਤੇਰੇ ਉੱਤੇ ਤੂੰ ਉਹ ਹੈ ਜਿਸ 'ਤੇ ਮੈਂ ਕਲੀਸਿਆ ਦੀ, ਚਰਚ ਦੀ ਚਟਾਨ ਜੋ ਨੀਂਹ ਰੱਖਾਂਗਾ। ਔਰ ਉਸਨੇ ਰੱਖੀ। ਤੁਰੰਤ ਉੱਠ ਬੈਠਾ ਅਤੇ ਲੂਦਿਆ ਸ਼ਰੋਨ ਦੇ ਸਾਰੇ ਰਹਿਣ ਵਾਲਿਆਂ ਨੇ ਉਸ ਨੂੰ ਦੇਖਿਆ ਤੇ ਪ੍ਰਭੂ ਨੂੰ ਸਵੀਕਾਰ ਕੀਤਾ। ਮੈਂ ਨਹੀਂ ਹੈ, ਮੈਂ ਹਟ ਗਈ ਹੈ। ਯਿਸੂ ਦੇ ਨਾਂ 'ਤੇ ਉਹ ਚੱਲ ਫਿਰਿਆ ਹੈ। ਔਰ ਜੋ ਲੋਕ ਆਪ ਲਾਗੇ ਬੈਠੇ ਨੇ, ਉਹਨਾਂ ਨੇ ਯਿਸੂ ਮਸੀਹ ਨੂੰ ਆਪਣੀ ਜ਼ਿੰਦਗੀ 'ਚ ਲਿਆ ਹੈ। ਯਿਸੂ ਮਸੀਹ ਇਸੇ ਤਰ੍ਹਾਂ ਤੁਹਾਨੂੰ ਔਰ ਮੈਨੂੰ ਵੀ ਵਰਤਣਾ ਚਾਹੁੰਦਾ ਹੈ। ਮੈਂ ਲੱਗਦੀ ਹੈ ਕੁਛ ਜਗ੍ਹਾ 'ਤੇ, ਲੇਕਿਨ ਜਦੋਂ ਯਿਸੂ ਮਸੀਹ ਦਾ ਕੰਮ ਆਉਂਦਾ ਹੈ, ਉੱਥੇ ਸਿਰਫ ਇੱਕੋ ਹੀ ਹੈ, ਉਹ ਹੈ ਯਿਸੂ ਮਸੀਹ। ਜਾਪਾ ਵਿੱਚ ਤਬੀਥਾ ਨਾਂ ਦੀ ਇੱਕ ਚੇਲੀ ਰਹਿੰਦੀ ਸੀ। ਉਹ ਭਲੇ ਕੰਮਾਂ ਅਤੇ ਦਾਨ ਪੁੰਨ ਵਿੱਚ ਲੱਗੀ ਰਹਿੰਦੀ ਸੀ। ਉਹਨਾਂ ਦਿਨਾਂ ਵਿੱਚ ਉਹ ਬਿਮਾਰ ਹੋਈ ਅਤੇ ਮਰ ਗਈ। ਲੋਕਾਂ ਨੇ ਉਸ ਨੂੰ ਇਸ਼ਨਾਨ ਕਰਵਾ ਕੇ ਚੁਬਾਰੇ ਵਿੱਚ ਰੱਖ ਦਿੱਤਾ।
ਲੂਦਾ ਜਾਪਾ ਦੇ ਨੇੜੇ ਹੀ ਸੀ। ਇਸ ਲਈ ਜਦੋਂ ਚੇਲਿਆਂ ਨੇ ਸੁਣਿਆ ਕਿ ਪਤਰਸ ਉੱਥੇ ਹੈ ਤਾਂ 2 ਆਦਮੀਆਂ ਨੂੰ ਘੱਲਿਆ ਅਤੇ ਬੇਨਤੀ ਕੀਤੀ, ਕਿਰਪਾ ਕਰਕੇ ਛੇਤੀ ਨਾਲ ਸਾਡੇ ਕੋਲ ਆਓ। ਪਤਰਸ ਉੱਠਿਆ ਅਤੇ ਉਹਨਾਂ ਦੇ ਨਾਲ ਗਿਆ। ਜਦੋਂ ਉਹ ਉੱਥੇ ਪਹੁੰਚੇ ਤਾਂ ਉਸ ਨੂੰ ਚੁਬਾਰੇ ਵਿੱਚ ਲੈ ਗਏ। ਉਹ ਸਾਰੀਆਂ ਵਿਧਵਾਵਾਂ ਰੋਂਦੀਆਂ ਉਸ ਕੋਲ ਆ ਖਲੋਤੀਆਂ। ਫਿਰ ਉਹ ਉਸ ਨੂੰ ਉਹਦੇ ਕੁੜਤੇ ਅਤੇ ਕੱਪੜੇ ਵਿੱਚ ਤਬੀਥਾ ਨੇ ਉਹਨਾਂ ਦੇ ਨਾਲ ਰਹਿੰਦਿਆਂ ਬਣਾਏ ਸਨ ਦਿਖਾਉਣ ਲੱਗੀਆਂ। ਪਤਰਸ ਨੇ ਸਾਰਿਆਂ ਨੂੰ ਬਾਹਰ ਘੱਲ ਦਿੱਤਾ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। ਫਿਰ ਉਸਨੇ ਲਾਸ਼ ਵੱਲ ਮੁੜ ਕੇ ਕਿਹਾ, ਤਬੀਥਾ ਉੱਠ। ਉਸਨੇ ਅੱਖਾਂ ਖੋਲ੍ਹ ਦਿੱਤੀਆਂ ਅਤੇ ਪਤਰਸ ਨੂੰ ਦੇਖ ਕੇ ਬੈਠ ਗਈ। ਪਤਰਸ ਨੇ ਹੱਥ ਦਾ ਸਹਾਰਾ ਦੇ ਕੇ ਉਸ ਨੂੰ ਖੜਾ ਕੀਤਾ ਅਤੇ ਪਵਿੱਤਰ ਭਗਤਾਂ ਅਤੇ ਵਿਧਵਾਵਾਂ ਨੂੰ ਸੱਦ ਕੇ ਉਸ ਨੂੰ ਜਿਉਂਦੀ ਜਾਗਦੀ ਉਹਨਾਂ ਦੇ ਹੱਥੀਂ ਸੌਂਪ ਦਿੱਤਾ। ਇਹ ਗੱਲਾਂ ਸਾਰੇ ਜਾਪਾ ਵਿੱਚ ਫੈਲ ਗਈ ਅਤੇ ਬਹੁਤਿਆਂ ਨੇ ਪ੍ਰਭੂ ਤੇ ਵਿਸ਼ਵਾਸ ਕੀਤਾ। ਪਤਰਸ ਚਮੜੇ ਦਾ ਕੰਮ ਕਰਨ ਵਾਲੇ ਸਮੌਨ ਨਾਂ ਦੇ ਆਦਮੀ ਦੇ ਘਰ ਜਾਪਾ ਵਿੱਚ ਬਹੁਤ ਦਿਨਾਂ ਤੱਕ ਰਿਹਾ। ਕੀ ਉਸਨੇ ਮੈਂ ਦੇ ਨਾਲ ਸ਼ੁਰੂ ਕੀਤਾ, ਉਸ ਨੂੰ ਖੜਾ ਕੀਤਾ ਸੀ ਕਿ ਯਿਸੂ ਦੇ ਨਾਲ, ਯਿਸੂ ਮਸੀਹ ਦੇ ਨਾਲ? ਸਿਰਫ ਉਸਨੇ ਆਪਣਾ ਹੱਥ ਦਾ ਉਸ ਨੂੰ ਸਹਾਰਾ ਦਿੱਤਾ ਹੈ। ਪ੍ਰਾਰਥਨਾ ਉਸਨੇ ਯਿਸੂ ਮਸੀਹ ਦੇ ਨਾਲ ਕੀਤੀ ਹੈ। ਤੁਹਾਨੂੰ ਪਤਾ ਹੈ ਕਿ ਪ੍ਰਭੂ ਯਿਸੂ ਨੇ ਮੈਂ ਨੂੰ ਖਤਮ ਕੀਤਾ ਹੈ ਆਪਣੀ ਪ੍ਰਾਰਥਨਾ ਦੇ ਵਿੱਚੋਂ। ਇਸ ਪਵਿੱਤਰ ਬਚਨ ਦੇ ਵਿੱਚ ਲਿਖਿਆ ਹੋਇਆ ਹੈ। ਅਗਰ ਅਸੀਂ ਮਤੀ ਦੇ ਵਿੱਚ ਆਈਏ ਤਾਂ ਸਾਨੂੰ ਮਤੀ ਦੇ ਵਿੱਚ ਮਿਲਦਾ ਹੈ ਕਿ ਯਿਸੂ ਮਸੀਹ ਨੇ ਮੈਂ ਨੂੰ ਕਿਸ ਤਰ੍ਹਾਂ ਖਤਮ ਕੀਤਾ ਹੈ। ਮੇਰੇ ਨਾਲ ਕੱਢੋ ਮਤੀ 18, ਉਸ ਦੀ 18 ਤੋਂ ਲੈ ਕੇ 20 ਤੱਕ ਅਸੀਂ ਦੇਖਾਂਗੇ। ਮਤੀ 18 ਉਸ ਦੀ 18 ਆਇਤ ਤੋਂ ਸ਼ੁਰੂ ਕਰਕੇ 20 ਤੱਕ ਜਾਵਾਂਗੇ। ਇਸ ਲਈ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਧਰਤੀ ਤੇ ਮਨਾ ਕਰੋਗੇ ਉਹ ਸਵਰਗ ਵਿੱਚ ਮਨਾ ਹੋ ਜਾਏਗਾ, ਅਤੇ ਜਿਸ ਦੇ ਲਈ ਤੁਸੀਂ ਧਰਤੀ ਉੱਤੇ ਇਜਾਜ਼ਤ ਦੇਵੋਗੇ ਉਸ ਦੀ ਸਵਰਗ ਵਿੱਚ ਵੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਅੱਗੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਜੇਕਰ ਤੁਸੀਂ 2 ਜਣੇ ਮਿਲ ਕੇ ਅਤੇ ਇੱਕ ਮਨ ਹੋ ਕੇ ਕਿਸੇ ਚੀਜ਼ ਲਈ ਪ੍ਰਾਰਥਨਾ ਕਰੋਗੇ ਤਾਂ ਮੇਰਾ ਪਿਤਾ ਸਵਰਗ ਵਿੱਚ ਉਸੇ ਤਰ੍ਹਾਂ ਕਰ ਦੇਵੇਗਾ। ਕਿਉਂਕਿ ਜਿੱਥੇ 2 ਜਾਂ 3 ਮੇਰੇ ਨਾਂ ਤੇ ਇਕੱਠੇ ਹੁੰਦੇ ਹਨ, ਉੱਥੇ ਮੈਂ ਵੀ ਉਹਨਾਂ ਦੇ ਨਾਲ ਹੁੰਦਾ ਹਾਂ। ਮੈਂ ਨਹੀਂ ਇੱਥੇ, ਤੁਸੀਂ ਤਿੰਨ ਵਾਰੀ ਤੁਸੀਂ ਆਇਆ ਇਸ 3 ਆਇਤਾਂ ਦੇ ਵਿੱਚ। ਇਸ ਲਈ ਮੈਂ, ਜਿਸ ਤਰ੍ਹਾਂ ਸ਼ੈਤਾਨ ਨੇ ਮੈਂ ਕਿਹਾ ਸੀਗਾ ਤਾਂ ਉਸਨੇ ਦੂਰ ਕਰ ਦਿੱਤਾ ਸੀ, ਕਿਉਂਕਿ ਮੈਂ ਸਿਰਫ ਇੱਕੋ ਹੀ ਹੈ। ਰਾਈਟ ਵੇ ਉਸਨੇ ਉਦੋਂ ਹੀ ਸ਼ੈਤਾਨ ਨੂੰ ਪਹਿਲਾਂ ਨਹੀਂ ਝਿੜਕਿਆ ਜਦੋਂ ਉਸਨੇ ਕਿਹਾ ਕਿ ਮੈਂ ਤੈਨੂੰ ਸਭ ਕੁਛ ਦਵਾਂਗਾ, ਤਾਂ ਰਾਈਟ ਵੇ ਉਸਨੇ ਝਿੜਕ ਦਿੱਤਾ ਹੀ, ਸ਼ੈਤਾਨ ਮੇਰੇ ਤੋਂ ਦੂਰ ਹੋ ਜਾ। ਯਿਸੂ ਮਸੀਹ ਇੱਥੇ ਕੀ ਕਹਿ ਰਹੇ ਨੇ? ਇਸ ਲਈ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਧਰਤੀ ਤੇ ਮਨਾ ਕਰੋਗੇ, ਤੁਸੀਂ, ਮੈਂ ਨਹੀਂ, ਮੈਂ ਕੁਛ ਨਹੀਂ ਕਰ ਸਕਦਾ, ਮੈਂ ਮਿੱਟੀ ਹਾਂ, ਮੈਂ ਸ਼ੈਤਾਨ ਹੈ। ਧਰਤੀ ਤੇ ਮਨਾ ਕਰੋਗੇ ਸਵਰਗ ਵਿੱਚ ਮਨਾ ਹੋ ਜਾਏਗਾ, ਅਤੇ ਜਿਸ ਦੇ ਲਈ ਤੁਸੀਂ ਧਰਤੀ ਤੇ ਇਜਾਜ਼ਤ ਦੇਵੋਗੇ ਉਸ ਦੀ ਸਵਰਗ ਵਿੱਚ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਅੱਗੇ ਮੈਂ ਤੁਹਾਨੂੰ ਦੱਸਦਾ ਹਾਂ, ਜੇਕਰ ਤੁਸੀਂ 2 ਜਣੇ ਮਿਲ ਕੇ ਅਤੇ ਇੱਕ ਮਨ ਹੋ ਕੇ, ਕਿਉਂਕਿ ਜੇ ਇੱਕ ਜਣਾ ਕਹੇਗਾ ਕਿ ਮੇਰੀ ਪ੍ਰਾਰਥਨਾ, ਤਾਂ ਫਿਰ ਇੱਕ ਮਨ ਨਹੀਂ ਹੈ। ਵੀ ਆਰ ਨਾਟ ਇੱਕ ਮਨ, ਵੀ ਕਾਲਿੰਗ ਸ਼ੈਤਾਨ
ਅਸੀਂ ਉਸ ਨੂੰ ਕਹਿ ਰਹੇ ਹਾਂ ਕਿ ਆ ਜਾ ਇੱਥੇ, ਉਸ ਨੂੰ ਕਹਿ ਰਹੇ ਹਾਂ ਇੱਕ ਮਨ ਤੁਸੀਂ, ਵੀ ਆਰ ਇੱਕ, ਤੁਸੀਂ ਅਸੀਂ। ਹਮੇਸ਼ਾ ਆਪਣੀ ਪ੍ਰਾਰਥਨਾ ਦੇ ਵਿੱਚ ਇਹੀ ਕਿਹਾ ਕਰੋ, ਪ੍ਰਭੂ ਯਿਸੂ ਅਸੀਂ ਤੇਰੇ ਅੱਗੇ ਬੇਨਤੀ ਰੱਖਦੇ ਹਾਂ, ਮੈਂ ਨਹੀਂ, ਅਸੀਂ ਤੇਰੇ ਅੱਗੇ ਬੇਨਤੀ ਰੱਖਦੇ, ਚਾਹੇ ਤੁਸੀਂ ਇੱਕ ਹਾਂ ਲੇਕਿਨ ਇੱਕ ਨਹੀਂ, ਉੱਥੇ ਤੁਸੀਂ ਤੁਹਾਡਾ ਪ੍ਰਭੂ ਯਿਸੂ ਵੀ ਤੁਹਾਡੇ ਨਾਲ ਹੈ, ਉਹ ਪਵਿੱਤਰ ਆਤਮਾ ਵੀ ਉੱਥੇ ਹੈ। ਦੈਟਸ ਵਾਈ ਹੀ ਸੈਡ ਜਿੱਥੇ 2 ਜਾਂ 3। ਇਸ ਤੋਂ ਅੱਗੇ ਮੈਂ ਤੁਹਾਨੂੰ ਦੱਸਦਾ ਹਾਂ, ਜੇਕਰ ਤੁਸੀਂ 2 ਜਣੇ ਮਿਲ ਕੇ ਅਤੇ ਇੱਕ ਮਨ ਹੋ ਕੇ ਕਿਸੇ ਚੀਜ਼ ਲਈ ਪ੍ਰਾਰਥਨਾ ਕਰੋਗੇ ਤਾਂ ਮੇਰਾ ਪਿਤਾ ਸਵਰਗ ਵਿੱਚ ਉਸੇ ਤਰ੍ਹਾਂ ਕਰ ਦੇਵੇਗਾ, ਕਿਉਂਕਿ ਜਿੱਥੇ 2 ਜਾਂ 3 ਮੇਰੇ ਨਾਂ 'ਤੇ ਇਕੱਠੇ ਹੁੰਦੇ ਹਨ, ਮੈਂ ਵੀ ਉਹਨਾਂ ਦੇ ਨਾਲ ਹੁੰਦਾ ਹਾਂ। ਉੱਥੇ ਯਿਸੂ ਮਸੀਹ ਹੈ। ਜਿੱਥੇ ਮੈਂ ਨਹੀਂ ਹੈ ਉੱਥੇ ਯਿਸੂ ਮਸੀਹ ਹੈ। ਸਾਨੂੰ ਇਸੇ ਤਰ੍ਹਾਂ ਹੀ ਪ੍ਰਾਰਥਨਾ ਕਰਨੀ ਹੈ। ਆਪਣੀ ਜ਼ਿੰਦਗੀ 'ਚ ਅਗਰ ਤੁਹਾਡੀ ਜ਼ਿੰਦਗੀ 'ਚ, ਮੇਰੀ ਜ਼ਿੰਦਗੀ 'ਚ ਹੈ, ਤਾਂ ਮੈਨੂੰ ਉਸ ਪ੍ਰਭੂ ਯਿਸੂ ਨੂੰ ਦੇ ਦਿਓ, ਉਸ ਨੂੰ ਉਹ ਦੂਰ ਕਰ ਦੇਗਾ, ਜਿਸ ਤਰ੍ਹਾਂ ਉਸਨੇ ਸ਼ੈਤਾਨ ਨੂੰ ਆਪਣੇ ਤੋਂ ਦੂਰ ਕੀਤਾ ਹੈ। ਆਓ ਅਸੀਂ ਪ੍ਰਾਰਥਨਾ ਕਰੀਏ। ਪ੍ਰਭੂ ਯਿਸੂ, ਅਸੀਂ ਗੁਨਾਹਗਾਰ ਲੋਕ ਤੇਰਾ ਸ਼ੁਕਰ ਕਰਦੇ, ਸਾਰਾ ਸਮਾਂ ਅਸੀਂ ਤੇਰੇ ਹੱਥਾਂ ਵਿੱਚ ਦਿੰਦੇ ਹਾਂ। ਤੂੰ ਸਾਡੇ 'ਤੇ ਦਇਆ ਕਰੀ। ਤੂੰ ਸਾਨੂੰ ਇੱਥੇ ਲੈ ਕੇ ਆਇਆ, ਤੂੰ ਸਾਡੇ ਰਸਤਿਆਂ ਨੂੰ ਖੋਲ੍ਹਿਆ ਹੈ, ਉਸ ਲਈ ਤੇਰਾ ਸ਼ੁਕਰ ਕਰਦੇ ਹਾਂ। ਤੇਰੀ ਸ਼ੁਕਰ ਕਰਦੇ ਤੇਰੀ ਹਜ਼ੂਰੀ ਲਈ ਪ੍ਰਭੂ ਯਿਸੂ, ਸ਼ੁਕਰ ਕਰਦੇ ਤੇਰਾ ਇਸ ਬਚਨ ਦੇ ਲਈ ਪ੍ਰਭੂ ਯਿਸੂ। ਜਿੰਨੇ ਵੀ ਇੱਥੇ ਪ੍ਰਭੂ ਯਿਸੂ ਬੱਚੇ, ਬਜ਼ੁਰਗ, ਜਵਾਨ ਆਏ ਨੇ, ਇਹਨਾਂ ਨੂੰ ਤੂੰ ਲੈ ਕੇ ਆਇਆ ਹੈ। ਤੂੰ ਇਹਨਾਂ ਦੇ ਹੁਣ ਨਾਲ ਨਾਲ ਇਹਨਾਂ ਦੇ ਘਰਾਂ ਵਿੱਚ ਜਾਈ। ਸਾਡੀ ਜ਼ਿੰਦਗੀ ਵਿੱਚ ਤੇਰੀ ਮਰਜ਼ੀ ਹਰ ਰੋਜ਼ ਪੂਰੀ ਹੁੰਦੀ ਰਹੇ, ਤੇਰੇ ਤੋਂ ਇਸੇ ਦੀ ਆਸ਼ਾ ਰੱਖਦੇ ਹਾਂ। ਅਗਰ ਸਾਡੀਆਂ ਜ਼ਿੰਦਗੀਆਂ ਵਿੱਚ ਅਗਰ ਮੈਂ ਕਿਤੇ ਉਸ ਨੂੰ ਤੂੰ ਆਪਣੇ ਯਿਸੂ ਦੇ ਨਾਲ ਦੂਰ ਕਰ ਦੇ, ਸਾਡੀ ਜ਼ਿੰਦਗੀ ਵਿੱਚ ਯਿਸੂ ਨਾਂ ਨੂੰ ਭਰ ਦੇ, ਤਾਂ ਕਿ ਯਿਸੂ ਨਾਂ ਨੂੰ ਦੇਖ ਕੇ ਲੋਕੀ ਤੈਨੂੰ ਸਵੀਕਾਰ ਕਰਨ, ਨਾ ਕਿ ਮੈਨੂੰ। ਇੱਕ ਵਾਰ ਫਿਰ ਪ੍ਰਭੂ ਯਿਸੂ ਉਹਨਾਂ ਸ਼ੁਕਰਗੁਜ਼ਾਰੀਆਂ ਨੂੰ ਯਾਦ ਕਰਦੇ ਹਾਂ। ਤੂੰ ਸਾਡੇ ਅੱਗੇ ਤੋਂ ਵੀ ਸਾਡੇ ਸ਼ੁਕਰਗੁਜ਼ਾਰ ਮੰਨਦੇ ਅੱਗੇ ਤੋਂ ਵੀ, ਜਿਨ੍ਹਾਂ ਭੈਣ ਭਰਾਵਾਂ ਲਈ, ਬਜ਼ੁਰਗਾਂ ਲਈ ਪ੍ਰਾਰਥਨਾ ਕੀਤੀ ਗਈ, ਪ੍ਰਭੂ ਯਿਸੂ ਇਹਨਾਂ ਦੀ ਜ਼ਿੰਦਗੀ 'ਚ ਤੂੰ ਵੱਡਾ ਕੰਮ ਕਰੀ, ਔਰ ਸਾਡੀ ਜ਼ਿੰਦਗੀ ਵਿੱਚ ਹੀ ਵੱਡਾ ਕੰਮ ਕਰੀ। ਜੋ ਸਾਨੂੰ ਬੱਚੇ ਬਖਸ਼ੇ ਨੂੰ ਉਹਨਾਂ ਲਈ ਤੇਰਾ ਸ਼ੁਕਰ ਹੈ। ਹੁਣ ਸਕੂਲ ਖੁੱਲ੍ਹਣ ਜਾ ਰਹੇ ਨੇ ਪ੍ਰਭੂ ਯਿਸੂ, ਤੂੰ ਇਹਨਾਂ ਦੇ ਬੱਚਿਆਂ ਦੇ ਨਾਲ ਨਾਲ ਫਿਰ ਤੋਂ ਸਕੂਲਾਂ ਦੇ ਵਿੱਚ ਨਾਲ ਹੋਈ, ਕਾਲਜਾਂ ਦੇ ਵਿੱਚ ਨਾਲ ਹੋਈ। ਅਗਰ ਕੋਈ ਵੀ ਪ੍ਰਭੂ ਯਿਸੂ ਇਸ ਵਕਤ ਦੁੱਖ ਜਾਂ ਮੁਸੀਬਤ ਜਾਂ ਕਿਸੇ ਤਰ੍ਹਾਂ ਦੇ ਬੋਝ ਥੱਲੇ ਦੱਬਾ ਹੋਇਆ ਹੈ, ਪ੍ਰਭੂ ਯਿਸੂ ਅਸੀਂ ਤੇਰੇ ਅੱਗੇ ਇਹੀ ਪ੍ਰਾਰਥਨਾ ਕਰਦੇ, ਤੂੰ ਉਸ ਬੋਝ ਨੂੰ ਔਰ ਦੁੱਖ ਨੂੰ ਉਸ ਤੋਂ ਦੂਰ ਕਰ ਦੇ। ਉਸ ਦੀ ਜਗ੍ਹਾ ਆਪਣਾ ਨਾਂ, ਯਿਸੂ ਨਾਂ ਦੀ ਮਹਿਮਾ ਭਰ ਦੇ। ਇਸ ਸ਼ਹਿਰ ਨੂੰ ਤੇਰੇ ਹੱਥਾਂ ਵਿੱਚ ਦਿੰਦੇ ਪ੍ਰਭੂ ਯਿਸੂ, ਇਹ ਸੇਫ ਇਸੇ ਤਰ੍ਹਾਂ ਬਣਿਆ ਰਹੇ ਇਸ ਸ਼ਹਿਰ ਲਈ ਔਰ ਇਸ ਦੇਸ਼ ਲਈ। ਪ੍ਰਭੂ ਯਿਸੂ ਅਸੀਂ ਤੇਰਾ ਸ਼ੁਕਰ ਕਰਦੇ ਕੈਨੇਡਾ ਦੇ ਲਈ, ਜਿੱਥੇ ਕਿਤੇ ਵੀ ਪ੍ਰਭੂ ਯਿਸੂ ਇਸ ਵਕਤ ਤੇਰਾ ਨਾਂ ਲਿਆ ਜਾ ਰਿਹਾ ਹੈ, ਤੂੰ ਉਹਨਾਂ ਸਭ ਦੇ ਨਾਲ ਹੋਈ ਔਰ ਸਾਡੇ ਵੀ ਨਾਲ ਹੋਈ। ਯਿਸੂ ਮਸੀਹ ਦੇ ਨਾਂ 'ਤੇ ਅਸੀਂ ਮੰਗਦੇ ਹਾਂ, ਸਾਡੀ ਪ੍ਰਾਰਥਨਾ ਨੂੰ ਯਿਸੂ ਮਸੀਹ ਦੇ ਨਾਂ 'ਤੇ ਸੁਣ। ਆਮੀਨ।